पढ़ांगे लूक 17 ਦੇ ਵਿੱਚ ਇੱਕ ਕਹਾਣੀ ਦਰਜ ਹੈਗੀ ਆ ਛੋਟੀ ਜੀ, ਉਸ ਨੂੰ ਆਪਾਂ ਪੜਾਂਗੇ ਲੂਕ 17 ਦਾ 11 ਤੋਂ 19 ਤੱਕ ਆਪਾਂ ਪੜਾਂਗੇ। ਸੋ ਐਵਰੀਬਾਡੀ ਹੈਜ਼ देयर ਬਾਈਬਲਸ ਟੁਡੇ, ਸਾਰੇ ਆਪਣੀਆਂ ਬਾਈਬਲਸ ਲੈ ਕੇ ਆਏ ਨੇ। ਜਦੋਂ ਯਿਸੂ ਯਰੂਸ਼ਲਮ ਸ਼ਹਿਰ ਵੱਲ ਜਾ ਰਹੇ ਸਨ ਤਾਂ ਰਾਹ ਵਿੱਚ ਜਾਂਦਿਆਂ ਹੋਇਆਂ ਉਹ ਸਾਮਰੀਆ ਅਤੇ ਗਲੀਲ ਦੇ ਇਲਾਕਿਆਂ ਵਿੱਚੋਂ ਦੀ ਹੋ ਕੇ ਗਏ। ਰਾਹ ਵਿੱਚ ਜਦੋਂ ਉਹ ਇੱਕ ਪਿੰਡ ਵਿੱਚ ਵੜ ਹੀ ਰਹੇ ਸਨ ਤਾਂ ਉਹਨਾਂ ਨੂੰ 10 ਕੋਹੜੀ ਮਿਲੇ। ਉਹ ਦੂਰ ਖਲੋ ਗਏ। ਫਿਰ ਉਹਨਾਂ ਉੱਚੀ ਆਵਾਜ਼ ਦੇ ਨਾਲ ਪੁਕਾਰ ਕੇ ਕਿਹਾ, ਹੇ ਯਿਸੂ, ਹੇ ਮਾਲਕ, ਸਾਡੇ ਉੱਤੇ ਰਹਿਮ ਕਰ। ਯਿਸੂ ਨੇ ਉਹਨਾਂ ਨੂੰ ਦੇਖਿਆ ਤੇ ਕਿਹਾ, ਜਾਓ ਆਪਣੇ ਆਪ ਨੂੰ ਫਰੋਤਾਂ ਨੂੰ ਦਿਖਾਓ। ਜਦੋਂ ਉਹ ਜਾ ਰਹੇ ਸਨ ਤਾਂ ਉਹ ਚੰਗੇ ਹੋ ਗਏ। ਉਹਨਾਂ 10 ਕੋਹੜੀਆਂ ਵਿੱਚੋਂ ਇੱਕ ਕੋਹੜੀ ਨੇ ਦੇਖਿਆ ਕਿ ਉਹ ਚੰਗਾ ਹੋ ਗਿਆ ਹੈ ਤਾਂ ਉਹ ਉੱਚੀ ਸੁਰ ਨਾਲ ਪਰਮੇਸ਼ਰ ਦੀ ਵਡਿਆਈ ਕਰਦਾ ਹੋਇਆ ਮੁੜਿਆ। ਉਸ ਨੇ ਪ੍ਰਭੂ ਯਿਸੂ ਦੇ ਚਰਨੀ ਡਿੱਗ ਕੇ ਪ੍ਰਭੂ ਦਾ ਆਪਣੇ ਚੰਗੇ ਹੋਣ ਦੇ ਲਈ ਧੰਨਵਾਦ ਕੀਤਾ। ਉਹ ਆਦਮੀ ਸਾਮਰੀ ਕੌਮ ਵਿੱਚੋਂ ਸੀ। ਯਿਸੂ ਨੇ ਕਿਹਾ ਕਿ 10 ਦਾ ਹੀ ਕੋਹੜ ਦੂਰ ਨਹੀਂ ਸੀ ਹੋਇਆ, ਫਿਰ ਬਾਕੀ ਦੇ 9 ਕਿੱਥੇ ਨੇ? ਕੀ ਇਸ ਪਰਦੇਸੀ ਤੋਂ ਬਿਨਾਂ ਹੋਰ ਕੋਈ ਇਹੋ ਜਿਹਾ ਨਾ ਨਿਕਲਿਆ ਜੋ ਮੁੜ ਕੇ ਪਰਮੇਸ਼ਰ ਦੀ ਵਡਿਆਈ ਕਰਦਾ? ਫਿਰ ਪ੍ਰਭੂ ਯਿਸੂ ਨੇ ਉਸ ਸਾਮਰੀ ਆਦਮੀ ਨੂੰ ਕਿਹਾ, ਉੱਠ ਅਤੇ ਜਾ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਿਆ ਕੀਤਾ ਹੈ। ਆਮੇਨ ਆਮੇਨ, ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ, ਹਾਲੇਲੂਇਆ। ਸੋ ਅੱਜ ਦਾ ਵਚਨ ਆਪਾਂ ਪੜ੍ਹਿਆ ਆ। ਅੱਜ ਦੇ ਵਚਨ ਦਾ ਜਿਹੜਾ ਖਾਸ ਕੁਐਸਚਨ ਹੈਗਾ ਆ ਉਹ ਹੈਗਾ ਆ, ਕਿਤਨੇ ਆਦਮੀ ਥੇ? ਆਮੇਨ, ਕਿਤਨੇ ਆਦਮੀ ਥੇ? ਕਿੰਨੇ ਬੰਦੇ ਸੀਗੇ? ਕਿਤਨੇ ਆਦਮੀ ਥੇ? ਵੇਅਰ ਆਰ ਦ 9? ਇਹ ਅੱਜ ਦਾ ਜਿਹੜਾ ਵਚਨ ਹੈਗਾ ਆ, ਇਹ ਉਹਦੀ ਟੌਪਿਕ ਹੈ, ਉਹਦਾ ਮੇਨ ਜਿਹੜਾ ਨਿਚੋੜ ਆ। ਜਿਹੜਾ ਆਪਾਂ ਜਾਣਦੇ ਹਾਂ ਵਚਨ ਆਪਾਂ ਨੂੰ 11ਵੀਂ ਵਰਸ ਦੇ ਵਿੱਚ ਕਹਿ ਰਿਹਾ ਹੈਗਾ ਆ ਕਿ ਪਰਮੇਸ਼ਰ ਯਿਸੂ ਮਸੀਹ ਜੀ ਨੇ ਜਿਹੜੇ ਉਹ ਜਰੂਸਲਮ ਵੱਲ ਨੂੰ ਜਾ ਰਹੇ ਸੀਗੇ ਤੇ ਉਹ ਸਮਾਰੀਆ ਤੇ ਗਲੀਲ ਦੇ ਬਾਰਡਰ ਦੇ ਕੋਲ ਦੀ ਲੰਘ ਰਹੇ ਸੀਗੇ ਤੇ ਜਰੂਸਲਮ ਵੱਲ ਨੂੰ ਜਾ ਰਹੇ ਸੀਗੇ ਕਿ ਹੁਣ ਉਹ ਕਰੂਸੀਫਿਕਸ਼ਨ ਦਾ ਟਾਈਮ ਨੇੜੇ ਆ ਰਿਹਾ ਸੀਗਾ। ਸੋ ਕਰੂਸੀਫਿਕਸ਼ਨ ਦੇ ਲਈ ਉਹ ਜਰੂਸਲਮ ਵੱਲ ਨੂੰ ਜਾ ਰਹੇ ਸੀਗੇ ਤੇ ਜਿਹੜੇ ਗਲੀਲ ਤੇ ਸਮਾਰੀਆ ਜਿਹੜੇ ਥਾਂ ਹੈਗੇ ਨੇ, ਇਹਨਾਂ ਥਾਵਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਐ ਕੋਈ ਬਹੁਤ ਹਾਈ ਕਲਾਸ ਲੋਕ ਨਹੀਂ ਸੀ ਉੱਥੇ ਰਹਿੰਦੇ। ਜਿੱਦਾਂ ਕਹ ਲਓ ਵੀ ਮਿਲੇ ਜੁਲੇ ਰਹਿੰਦੇ ਸੀਗੇ ਲੋਕ, ਰਹਿੰਦੇ ਸੀ ਮਿਲੇ ਜੁਲੀਆਂ ਕੌਮਾਂ ਦੇ ਲੋਕ ਰਹਿੰਦੇ ਸੀ। ਸਮਾਰੀਆ ਦੇ ਲੋਕ ਵੀ ਉੱਥੇ ਸੀਗੇ, ਜਿਹੜੇ ਸਾਮਰੀ, ਜਿੱਦਾਂ ਸਾਮਰੀ ਔਰਤ ਸੀਗੀ ਜਿਹੜੀ, ਉਹ ਜਿਹੇ ਲੋਕ ਉੱਥੇ ਸੀਗੇ। ਤੇ ਜਿਹੜੇ ਪ੍ਰਭੂ ਯਿਸੂ ਮਸੀਹ ਜੀ ਸੀਗੇ ਉਹਨਾਂ ਨੇ ਵੀ ਆਪਣਾ ਬਚਪਨ ਬਹੁਤ ਜਿਹੜਾ ਹੈਗਾ ਆ ਉਹ ਗਲੀਲ ਦੇ ਵਿੱਚ ਗੁਜ਼ਾਰਿਆ ਸੀਗਾ, ਹੈ ਨਾ। ਤੇ ਨਾਸਰਤ ਉਹ ਗਲੀਲ ਦੇ ਵਿੱਚ ਉਹਨਾਂ ਨੇ ਗੁਜ਼ਾਰਿਆ ਸੀਗਾ। ਤੇ ਕਿੰਨੇ ਜਿਹੜੇ ਚਮਤਕਾਰ ਨੇ ਪ੍ਰਭੂ ਯਿਸੂ ਮਸੀਹ ਜੀ ਨੇ ਕੀਤੇ ਸੀ ਉਹ ਉਹਨਾਂ ਥਾਵਾਂ ਦੇ ਵਿੱਚ ਹੀ ਹੋਏ ਸੀਗੇ। ਤੇ ਕਿੰਨੀਆਂ ਥਾਵਾਂ ਤੇ ਜਦੋਂ ਪਰਮੇਸ਼ਰ ਮਾਊਂਟ ਤੇ ਜਾਂ ਕਿਤੇ ਕਿਤੇ ਖੜ ਕੇ ਪ੍ਰਚਾਰ ਕਰਦੇ ਹੁੰਦੇ ਸੀਗੇ, ਉਹ ਵੀ ਉਹਨਾਂ ਥਾਵਾਂ ਤੇ ਹੀ ਹੋ ਰਹੇ ਸੀਗੇ ਜਿਹੜਾ ਗਲੀਲ ਤੇ ਸਮਾਰੀਆ ਦੇ ਨੇੜੇ ਤੇੜੇ ਹੋ ਰਹੇ ਸੀਗੇ। ਤੇ ਇੱਥੇ ਆਪਾਂ ਨੂੰ ਦੱਸਿਆ ਗਿਆ ਕਿ ਉਹਨਾਂ ਦੇ ਕੰਢੇ ਤੇ ਉੱਥੇ ਇੱਕ ਹੋਰ ਪਿੰਡ ਸੀਗਾ, ਉੱਥੋਂ ਦੀ ਪਰਮੇਸ਼ਰ ਯਿਸੂ ਮਸੀਹ ਜੀ ਲੰਘ ਰਹੇ ਨੇ, ਪਰ ਉਹ ਪਿੰਡ ਦਾ ਨਾਂ ਨਹੀਂ ਦੱਸਿਆ ਹੋਇਆ, ਪਰ ਉੱਥੋਂ ਦੀ ਪਰਮੇਸ਼ਰ ਜੀ ਯਿਸੂ ਮਸੀਹ ਜੀ ਲੰਘ ਰਹੇ ਨੇ। ਉਹ ਜਿਹੜਾ ਪਿੰਡ ਸੀ ਜਾਂ ਉਹ ਜਿਹੜੀਆਂ ਥਾਵਾਂ ਸੀਗੀਆਂ ਉਹ ਉੱਦਾਂ ਦੀਆਂ ਥਾਵਾਂ ਸੀ ਕਿ ਦੇ ਵਰ ਰਿਜੈਕਟਡ ਪਲੇਸਿਸ। ਉਹ ਦੁਤਕਾਰੀਆਂ ਹੋਈਆਂ, ਬਹੁਤੇ ਲੋਕ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਸੀਗਾ, ਉਹ ਦੁਤਕਾਰੀਆਂ ਹੋਈਆਂ ਜਿੱਦਾਂ ਕਹਿ ਲਓ ਥਾਵਾਂ ਸੀਗੀਆਂ। ਉਹ ਸੀਗੀਆਂ ਜਿਹੜੀਆਂ ਲੋਕ ਜਿਹੜੇ ਸੁਸਾਇਟੀ ਤੋਂ ਪੁਸ਼ਬੈਕ ਕੀਤੇ ਹੋਏ ਸੀ, ਉਹੋ ਜਿਹੇ ਲੋਕ ਜਿਹੜੇ ਸੀਗੇ ਜ਼ਿਆਦਾ ਕਰਕੇ ਉੱਥੇ ਰਹਿੰਦੇ ਸੀ। ਅਨਿਆ ਜਾਤੀ ਦੇ ਲੋਕ ਜਿਹੜੇ ਸੀਗੇ, ਪੂਰੇ ਯਹੂਦੀ ਜਿੱਦਾਂ ਕੌਮ ਨਹੀਂ, ਜਿਹੜੇ ਅਨਿਆ ਜਾਤੀ ਦੇ ਲੋਕ ਸੀਗੇ, ਉਹ ਆਪਾਂ ਨੂੰ ਵਚਨ ਦੱਸਦਾ ਆ ਵੀ ਉਹ ਲੋਕ ਸੀਗੇ ਜਿਹੜੇ ਉੱਥੇ ਰਹਿੰਦੇ ਸੀਗੇ। ਪਰ ਜਿਨ੍ਹਾਂ ਨੂੰ ਕਿਸੇ ਨੇ ਵੀ ਨਾ ਚੁਣਿਆ ਸੀ, ਜਿੱਦਾਂ ਕਹਿ ਲਓ, ਹੈ ਨਾ, ਉਹ ਲੋਕ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ, ਉਹ ਲੋਕ ਜਿਨ੍ਹਾਂ ਨੂੰ ਕੋਈ ਕਿਸੇ ਨੇ ਚੁਣਿਆ ਨਹੀਂ ਸੀ, ਉਸ ਥਾਂ ਦੇ ਉੱਤੇ ਪਰਮੇਸ਼ਰ ਯਿਸੂ ਮਸੀਹ ਜੀ ਗਏ। ਉਸ ਥਾਂ ਦੇ ਉੱਤੇ ਪਰਮੇਸ਼ਰ ਯਿਸੂ ਮਸੀਹ ਜੀ ਦੀ ਨਿਗਾਹ ਪਈ, ਨਜ਼ਰ ਪਈ ਉਸ ਥਾਂ ਤੇ ਜਿੱਥੇ ਹੋਰ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਸੀਗਾ। ਆਪਣੇ ਜਿਹੜੇ ਪਰਮੇਸ਼ਰ ਯਿਸੂ ਮਸੀਹ ਜੀ ਨੇ ਉਹਨਾਂ ਦੇ ਆਪਣੇ ਤੇ ਵੀ ਉਹਨਾਂ ਨੇ ਨਿਗਾਹ ਕੀਤੀ, ਮਿਹਰ ਕੀਤੀ, ਕਿਰਪਾ ਕੀਤੀ। ਕਿਉਂਕਿ ਜੇ ਆਪਾਂ ਆਪਣੇ ਆਪ ਨੂੰ ਦੇਖੀਏ ਤਾਂ ਆਪਾਂ ਕੀ ਸੀਗੇ, ਆਪਾਂ ਕੌਣ ਸੀਗੇ? ਕੋਈ ਸ਼ਾਇਦ ਆਪਾਂ ਨੂੰ ਪੁੱਛਦਾ ਵੀ ਨਹੀਂ ਸੀਗਾ। ਹਾਂ, ਰਿਸ਼ਤੇਦਾਰਾਂ ਦੇ ਵਿੱਚ ਸ਼ਾਇਦ ਕੋਈ ਪੁੱਛਦਾ ਨਹੀਂ ਸੀ, ਘਰ ਦੇ ਵਿੱਚ ਆਪਾਂ ਨੂੰ ਸ਼ਾਇਦ ਕੋਈ ਪੁੱਛਦਾ ਨਹੀਂ। ਆਪਾਂ ਨੂੰ ਪਤਾ ਹੈ ਆਪਣੀ ਜ਼ਿੰਦਗੀ ਦਾ, ਆਪਾਂ ਕਿਸੇ ਦੇ ਬਾਰੇ ਨਹੀਂ ਕਹਿ ਸਕਦੇ। ਆਪਾਂ ਨੂੰ ਫੀਲ ਹੁੰਦਾ ਸੀ ਵੀ ਮੈਂ ਕੁਛ ਹੈ ਨਹੀਂ, ਹੈ ਨਾ। ਪਰ ਪਰਮੇਸ਼ਵਰ ਦੀ ਮਿਹਰ ਹੋਈ, ਪਰਮੇਸ਼ਵਰ ਦੀ ਕਿਰਪਾ ਹੋਈ ਤੇ ਪਰਮੇਸ਼ਵਰ ਨੇ ਆਪਾਂ ਨੂੰ ਚੁਣ ਲਿਆ। ਜਿਹੜੇ ਆਪਾਂ ਅਨਿਆ ਜਾਤੀ ਦੇ ਲੋਕ ਆ,
ਪਰਮੇਸ਼ਰ ਨੇ ਆਪਾਂ ਨੂੰ ਚੁਣ ਲਿਆ, ਆਪਾਂ ਜੈਂਟਾਈਲਸ ਹਾਂ, ਪਰਮੇਸ਼ਰ ਨੇ ਆਪਾਂ ਨੂੰ ਚੁਣ ਲਿਆ। ਕਿਸੇ ਨੇ ਨਿਗਾਹ ਨਹੀਂ ਕੀਤੀ ਪਰ ਪਰਮੇਸ਼ਰ ਯਿਸੂ ਮਸੀਹ ਜੀ ਨੇ ਕੀਤੀ। ਵਚਨ ਦੇ ਵਿੱਚ ਲਿਖਿਆ ਹੋਇਆ ਆ ਕਿ ਪਰਮੇਸ਼ਵਰ ਨੇ ਮੂਰਖਾਂ ਨੂੰ ਚੁਣ ਲਿਆ ਬੁੱਧੀਮਾਨਾਂ ਨੂੰ ਸ਼ਰਮਿੰਦਾ ਕਰਨ ਦੇ ਲਈ। ਆਮੇਨ। ਲੋਕ ਬਾਹਰ ਬਹੁਤ ਆਪਣੇ ਆਪ ਨੂੰ ਸਮਝਦੇ ਨੇ, ਕਈ ਲੋਕ ਸਮਝਦੇ ਨੇ ਵੀ ਸਾਡੇ ਤੋਂ ਵੱਧ ਕੇ ਤਾਂ ਕੋਈ ਹੈ ਹੀ ਨਹੀਂ, ਪਰ ਉਹ ਬੰਦੇ ਕੋਲੇ ਹੈ ਕੁਛ ਨਹੀਂ, ਉਹ ਬੰਦੇ ਕੋਲੇ ਹੈ ਕੁਛ ਨਹੀਂ। ਜੇ ਪਰਮੇਸ਼ਵਰ ਨਹੀਂਗਾ ਉਸ ਬੰਦੇ ਕੋਲੇ ਤਾਂ ਉਸ ਬੰਦੇ ਕੋਲੇ ਕੁਛ ਵੀ ਨਹੀਂਗਾ। ਮੈਂ ਤੇ ਉਸ ਥਾਂ ਦੇ ਉੱਤੋਂ ਦੀ ਉਸ ਥਾਂ ਦੇ ਵਿੱਚ ਦੀ ਪਰਮੇਸ਼ਵਰ ਲੰਘ ਰਹੇ ਨੇ ਜਿੱਥੇ ਤੁਹਾਡੇ ਤੇ ਮੇਰੇ ਵਰਗੇ ਲੋਕ ਹੈਗੇ ਨੇ, ਹੈ ਨਾ। ਤੇ 12ਵੀਂ ਜਿਹੜੀ ਵਰਸ ਹੈਗੀ ਆ ਉਹਦੇ ਵਿੱਚ ਲਿਖਿਆ ਹੋਇਆ, ਐਜ਼ ਹੀ ਵਾਸ ਗੋਇੰਗ ਇਨਟੂ ਅ ਵਿਲੇਜ 10 men who had leprosy met him. They stood at a distance. 10 ਲੋਕ ਜਿਹੜੇ ਸੀਗੇ ਜਿਨ੍ਹਾਂ ਨੂੰ ਕੋੜ ਹੋਇਆ ਸੀ, ਕੋੜ ਦੀ ਬਿਮਾਰੀ ਹੋਈ ਸੀ, ਲੈਪਰੇਸੀ ਹੋਈ ਸੀ, ਉਹ ਪਰੇ ਦੂਰ ਖੜੇ ਸੀਗੇ ਤੇ ਉਹਨਾਂ ਨੂੰ ਉਹ ਜਿਹੜੇ ਸੀਗੇ ਉਹ ਪਰਮੇਸ਼ਰ ਦੇ ਦੂਰ ਖੜੇ ਹੋਏ, ਉਹ ਡਿਸਟੈਂਸ ਦੇ ਵਿੱਚ ਖੜੇ ਨੇ ਤੇ ਪਰਮੇਸ਼ਰ ਉਹਨਾਂ ਦੇ ਕੋਲ ਦੀ ਲੰਘ ਕੇ ਜਾ ਰਹੇ ਨੇ। ਇਹ ਜਿਹੜੀ ਡਿਸਟੈਂਸ ਦੀ ਗੱਲ ਆ ਅੱਜ ਕੱਲ੍ਹ ਤੋਂ ਵੱਧ ਕੇ ਆਪਾਂ ਨੂੰ ਕਦੋਂ ਆਪਾਂ ਸਿੱਖਾਂਗੇ ਹੈ। ਇਹ ਚੀਜ਼ ਆਪਾਂ ਕਦੇ ਸੁਣਿਆ ਨਹੀਂ ਸੀਗਾ, ਇੰਨੇ ਸਾਲ ਹੋ ਗਏ ਬਾਈਬਲ 'ਚ ਲਿਖੀਆਂ ਨੇ ਇਹ ਚੀਜ਼ਾਂ, ਕਦੇ ਸੁਣਿਆ ਨਹੀਂ ਸੀਗਾ। ਸੋਸ਼ਲ ਡਿਸਟੈਂਸਿੰਗ ਇਹ ਤਾਂ ਹਜੇ 2 ਸਾਲ ਹੀ ਹੋ ਗਏ ਥੋੜੀ ਸਮਝ ਆਈ ਆ, ਮਤਲਬ ਹਾਂ ਵੀ ਅੱਖਰ ਦਾ ਮਤਲਬ ਪਤਾ, ਪਰ ਆਏ ਨਹੀਂ ਸੀ ਵੀ ਇਹ ਕੀ ਗੱਲ ਹੋਈ ਸੋਸ਼ਲ ਡਿਸਟੈਂਸਿੰਗ। ਤੇ ਇਹ ਚੀਜ਼ਾਂ ਨੇ ਜਿਹੜੀਆਂ ਆਪਾਂ ਹੁਣ ਸੁਣ ਰਹੇ ਆ, ਛੂਤ ਦੀ ਬਿਮਾਰੀ, ਲੋਕ ਦੂਰ ਖੜੇ ਨੇੜੇ ਨਾ ਹੋ ਹੈ। ਅੱਜ ਕੱਲ੍ਹ ਦੇਖੋ ਤੁਸੀਂ ਕੋਵਿਡ ਦੇ ਵਿੱਚ ਆਪਾਂ ਦੂਰ ਕਿੰਨਾ ਲੋਕਾਂ ਤੋਂ ਰਹਿੰਦੇ, ਸਪੈਸ਼ਲੀ ਜੇ ਪਤਾ ਹੋਵੇ ਵੀ ਕਿਸੇ ਨੂੰ ਕੋਵਿਡ ਹੈਗਾ ਆ, ਹੈ ਨਾ। ਤੇ ਇਹ ਚੀਜ਼ ਨੂੰ ਆਪਾਂ ਨੂੰ ਆਹ ਜਿਹੜੀਆਂ ਚੀਜ਼ਾਂ ਨੇ ਆਪਾਂ ਨੂੰ ਕਈ ਵਾਰੀ ਸਮਝਣ ਦੇ ਵਿੱਚ ਹੈਲਪ ਕਰਦੀਆਂ ਨੇ ਕਿ ਉਹ ਜਿਹੜੇ ਕੋੜੀ ਸੀਗੇ 10 ਉਹ ਦੂਰ ਖੜੇ ਸੀਗੇ। ਕਿਉਂਕਿ ਜਿਹੜੇ ਉਹਨਾਂ ਦਿਨਾਂ ਵਿੱਚ ਜਿਹੜੇ ਕੋੜੀ ਸੀਗੇ ਉਹਨਾਂ ਨੂੰ ਇਹ ਹੁਕਮ ਦਿੱਤਾ ਜਾਂਦਾ ਸੀਗਾ ਵੀ ਉਹ ਰੈਗੂਲਰ ਸੁਸਾਇਟੀ ਦੇ ਵਿੱਚ ਨਹੀਂ ਸੀ ਆ ਸਕਦੇ। ਜਿਨ੍ਹਾਂ ਨੂੰ ਲੈਪਰਸੀ ਸੀ ਉਹ ਰੈਗੂਲਰ ਸੁਸਾਇਟੀ ਦੇ ਵਿੱਚ ਨਹੀਂ ਸੀ ਆ ਸਕਦੇ, ਉਹ ਲੋਕ ਉਹਨਾਂ ਨੂੰ ਪਰੇ ਰਹਿਣਾ ਪੈਂਦਾ ਸੀ। ਜਦੋਂ ਪਰੋਂ ਦੀ ਜਾਂਦੇ ਹੁੰਦੇ ਸੀ ਕਿਤੇ ਉਦੋਂ ਉਹਨਾਂ ਨੂੰ ਰੌਲਾ ਪਾਉਣਾ ਪੈਂਦਾ ਸੀ ਵੀ ਅਨਹੋਲੀ ਵੀ ਜੇ ਕੋਈ ਨੋਰਮਲ ਬੰਦਾ ਜਾ ਰਿਹਾ ਤਾਂ ਉਹ ਪਾਸੇ ਹੋ ਜਾਵੇ, ਹੈ ਨਾ। ਜਿੱਦਾਂ ਪੁਰਾਣੇ ਦਿਨਾਂ ਦੇ ਵਿੱਚ ਜਦੋਂ ਆਪਾਂ ਪਿੰਡਾਂ ਦੇ ਵਿੱਚ ਰਹਿੰਦੇ ਹੁੰਦੇ ਸੀਗੇ ਤੇ ਜਦੋਂ ਕੋਈ ਸਹੁਰਾ ਕੋਲ ਦੀ ਲੰਘਦਾ ਹੁੰਦਾ ਸੀ ਉਹ ਖੰਘ ਕੇ ਲੰਘਦਾ ਹੁੰਦਾ ਸੀ ਨਾ ਵੀ ਜਿਹੜੀ ਬਹੂ ਹੈਗੀ ਆ ਉਹ ਭੁੰਡ ਕਰ ਲੋਏ, ਹੈ ਨਾ। ਸੋ ਉਹਨਾਂ ਨੂੰ ਵੀ ਇਦਾਂ ਲੰਘਣਾ ਪੈਂਦਾ ਹੁੰਦਾ ਸੀਗਾ ਵੀ ਕੋਈ ਉਹਨਾਂ ਦੇ ਨੇੜੇ ਨਾ ਆਵੇ। ਤੇ ਜਿਹੜੀ ਲੈਪਰੇਸੀ, ਜਿਹੜੀ ਕੋੜ ਦੀ ਬਿਮਾਰੀ ਸੀਗੀ, ਇਹ ਪੁਰਾਣੇ ਟੈਸਟਮੈਂਟ ਦੇ ਵਿੱਚ ਇਹਦੇ ਵਿੱਚ ਲਿਖਿਆ ਹੋਇਆ ਆ। ਪੁਰਾਣੇ ਟੈਸਟਮੈਂਟ 'ਚ ਲਵੀਟੀਕਸ ਦੇ ਵਿੱਚ ਇਹ ਲਿਖਿਆ ਹੋਇਆ, ਆਪਾਂ ਪੜਾਂਗੇ ਨਹੀਂ ਪਰ ਉਹਦੇ ਵਿੱਚ ਲਿਖਿਆ ਹੋਇਆ ਆ ਕਿ ਉਦੋਂ ਹੁਕਮ ਦਿੱਤਾ ਜਾਂਦਾ ਸੀ ਜੇ ਕਿਸੇ ਨੂੰ ਕੋੜ ਹੈ ਤਾਂ ਉਹ ਬੰਦਾ ਲਵੀਟੀਕਸ ਦੀ 14 ਦੀ 1 ਤੋਂ 3 ਦੇ ਵਿੱਚ ਜੇ ਲਿਖਿਆ ਹੋਇਆ ਹੈ ਕਿ ਉਹ ਬੰਦਾ ਜਾਵੇ ਤੇ ਜਾ ਕੇ ਪੁਰੋਹਿਤ ਨੂੰ ਆਪਣਾ ਆਪ ਦਿਖਾਵੇ, ਜੇ ਉਹ ਬੰਦਾ ਸਮਝਦਾ ਆ ਕਿ ਉਹਨੂੰ ਕੋੜ ਠੀਕ ਹੋ ਗਿਆ ਉਹਦਾ ਕੋੜ, ਤਾਂ ਉਹ ਜਾਵੇ ਤੇ ਜਾ ਕੇ ਪੁਰੋਹਿਤ ਨੂੰ ਆਪਣਾ ਆਪ ਦਿਖਾਵੇ। ਤੇ ਉਸ ਤੋਂ ਬਾਅਦ ਜਿਹੜੀ ਵੀ ਕੋਈ ਰਸਮਾਂ ਕਰਨੀਆਂ ਹੁੰਦੀਆਂ ਸੀਗੀਆਂ ਉਹ ਰਸਮਾਂ ਪੂਰੀਆਂ ਕਰਨੀਆਂ ਹੁੰਦੀਆਂ ਸੀਗੀਆਂ। ਪਰ ਦੇਖਣ ਵਾਲੀ ਗੱਲ ਇਹ ਆ ਕਿ ਜਿਹੜਾ ਬੰਦਾ ਇੱਕ ਵਾਰੀ ਕੋੜੀ ਹੋ ਗਿਆ ਉਹਦਾ ਕੋੜ ਠੀਕ ਨਹੀਂ ਸੀ ਹੁੰਦਾ, ਕੋਈ ਵੀ ਇਲਾਜ ਹੈ ਨਹੀਂ ਸੀਗਾ ਕੋੜ ਦਾ। There was no remedy for leprosy. There was no remedy. कोई ठीक नहीं सी हुंदा, incurable. ਕੋਈ ਵੀ once a leper always a leper, ਆਹ ਕਹੀ ਜਾਂਦੀ ਸੀ ਗੱਲ ਉਦੋਂ। ਪਰ ਜੇ ਆਪਾਂ ਦੇਖੀਏ ਪਰਮੇਸ਼ਵਰ ਦੇ ਵਚਨ ਦੇ ਵਿੱਚ ਉਹਦੇ 'ਚ ਲਿਖਿਆ ਆ ਕਿ ਜੇ ਕੋਈ ਬੰਦਾ ਕੋੜ ਤੋਂ ਠੀਕ ਹੁੰਦਾ ਆ, ਜੇ ਲੈਪਰਸੀ ਤੋਂ ਠੀਕ ਹੁੰਦਾ ਆ ਤੇ ਉਹ ਜਾਵੇ ਤੇ ਜਾ ਕੇ ਪੁਰੋਹਿਤ ਨੂੰ, ਪ੍ਰੀਸਟ ਨੂੰ ਆਪਣਾ ਆਪ ਦਿਖਾਵੇ। ਉਹ ਪ੍ਰੀਸਟ ਉਹਨੂੰ ਚੈੱਕ ਕਰੂਗਾ ਬਾਹਰਲੇ ਪਾਸੇ ਜਾ ਕੇ ਜਿੱਦਾਂ, ਤੇ ਚੈੱਕ ਕਰਕੇ ਫਿਰ ਉਹ ਜਿਹੜੀਆਂ ਰਸਮਾਂ ਨੇ ਉਹ ਪੂਰੀਆਂ ਹੋਣਗੀਆਂ ਤੇ ਜਿਹੜਾ ਵੀ ਸੈਕਰੀਫਾਈਸ ਉਹਨੇ ਕਰਨੇ ਨੇ ਉਹ ਸਾਰਾ ਕੁਝ ਰਿਚੁਅਲਸ ਨੇ ਜਿਹੜੇ ਉਹ ਕੀਤੇ ਜਾਣਗੇ। ਉਸ ਤੋਂ ਬਾਅਦ ਉਹਨੂੰ ਫੈਮਿਲੀ ਦੇ ਵਿੱਚ ਆਪਦੀ 'ਚ ਬੈਕ ਭੇਜ ਦਿੱਤਾ ਜਾਵੇਗਾ। ਪਰ ਜੇ ਦੇਖਣ ਵਾਲੀ ਗੱਲ ਇਹ ਹੈਗੀ ਹੈ ਇੰਟਰਸਟਿੰਗ ਕਿ ਇਹ ਸਾਰਾ ਕੁਝ ਕਿਉਂ ਲਿਖਿਆ ਆ ਵਚਨ ਦੇ ਵਿੱਚ, ਜਦ ਕਿਹਾ ਗਿਆ ਆ ਕਿ ਕੋੜ ਦਾ ਤਾਂ ਕੋਈ ਇਲਾਜ ਹੀ ਨਹੀਂ ਸੀਗਾ, ਉਹਦਾ ਕੋਈ ਇਲਾਜ ਨਹੀਂ ਸੀਗਾ ਕੋੜ ਦਾ। ਜਿਹਨੂੰ ਇੱਕ ਵਾਰੀ ਕੋੜ ਹੋ ਗਿਆ ਬਸ ਉਹ ਬਾਹਰ ਜਾ ਕੇ ਬਸ ਫਿਰ ਜਿੱਦਾਂ ਕਹਿ ਲਓ ਵੀ ਉੱਥੇ ਹੀ ਉਹਦੀ ਜ਼ਿੰਦਗੀ ਖਤਮ ਹੋ ਜਾਂਦੀ ਸੀਗੀ। ਪਰ ਮੈਂ ਵਿਸ਼ਵਾਸ ਕਰਦੀ ਹਾਂ ਕਿ ਜਿਹੜਾ ਆਪਣਾ ਪਰਮੇਸ਼ਵਰ ਆ, ਆਪਣੇ ਪਰਮੇਸ਼ਵਰ ਨੇ ਇਹ ਇੱਕ ਦਰਵਾਜ਼ਾ ਖੋਲ੍ਹਿਆ ਉਹਨਾਂ ਲੋਕਾਂ ਦੇ ਲਈ
ਪਰਮੇਸ਼ਵਰ ਨੇ ਇੱਕ ਦਰਵਾਜ਼ਾ ਖੋਲ੍ਹਿਆ। ਲੈਵੀਟਿਕਸ 14:1-3 ਦੇ ਵਿੱਚ ਆਹੀ ਲਿਖੀ ਆ ਗੱਲ ਕਿ ਪਰਮੇਸ਼ਵਰ ਮੋਸੇਸ ਨੂੰ ਕਹਿੰਦਾ ਆ ਕਿ ਜਿਨ੍ਹਾਂ ਨੂੰ ਕੋੜ ਹੋਵੇ ਤਾਂ ਉਹ ਜਿਨ੍ਹਾਂ ਦਾ ਠੀਕ ਹੋ ਗਿਆ ਹੋਵੇ ਉਹ ਜਾ ਕੇ ਆਹਾ ਕਰਨ। ਇਹਦਾ ਮਤਲਬ ਆ ਕਿ ਪਰਮੇਸ਼ਵਰ ਨੇ ਇੱਕ ਦਰਵਾਜ਼ਾ ਖੁੱਲ੍ਹਾ ਰੱਖਿਆ ਕਿ ਜੇ ਕਦੇ ਕਿਸੇ ਨੂੰ ਕੋੜ ਹੋਊਗਾ, ਪਰਮੇਸ਼ਵਰ ਆਪਣੀ ਮਿਹਰ ਤੇ ਮਰਸੀ ਤੇ ਗ੍ਰੇਸ ਦੇ ਵਿੱਚ ਉਹਨਾਂ ਨੂੰ ਛੂਗਾ ਜਾਂ ਉਹਨਾਂ ਤੇ ਹੁਕਮ ਦਊਗਾ ਤੇ ਉਹਨਾਂ ਦਾ ਕੋੜ ਠੀਕ ਹੋਊਗਾ। ਉਸ ਤੋਂ ਬਾਅਦ ਉਹ ਜਿਹੜੇ ਸਾਰੇ ਪ੍ਰੋਸੈਸ ਹੈਗੇ ਨੇ ਉਹ ਕਰਨੇ ਹੋਣਗੇ। ਆਮੇਨ। ਪਰਮੇਸ਼ਵਰ ਨੇ ਪਹਿਲਾਂ ਹੀ ਤਿਆਰ ਕਰਕੇ ਰੱਖੀ ਆਹ ਯੋਜਨਾ। ਇਹ ਯੋਜਨਾ ਪਰਮੇਸ਼ਵਰ ਨੇ ਪਹਿਲਾਂ ਹੀ ਤਿਆਰ ਕਰਕੇ ਰੱਖੀ ਕਿ ਜਦੋਂ ਮੈਂ ਕਿਸੇ ਦਾ ਕੋੜ ਠੀਕ ਕਰੂੰਗਾ। ਇਹ ਲੈਵੀਟਿਕਸ ਇੰਨੀ ਪੁਰਾਣੀ ਉਦੋਂ ਦੀ ਗੱਲ ਆ, ਹੈ ਨਾ। ਤੇ ਪ੍ਰਭੂ ਯਿਸੂ ਮਸੀਹ ਜੀ ਹੁਣ ਨਵੇਂ ਟੈਸਟਮੈਂਟ ਦੇ ਵਿੱਚ ਆਏ ਨੇ। ਉਦੋਂ ਦਾ ਪਰਮੇਸ਼ਵਰ ਨੂੰ ਪਤਾ ਸੀ, ਉਹਦੀ ਯੋਜਨਾ ਦਾ ਸਾਰਾ ਕੁਝ ਤਿਆਰ ਕਰਕੇ ਰੱਖਿਆ ਹੋਇਆ ਸੀ ਪਰਮੇਸ਼ਵਰ ਨੇ ਕਿ ਹੁਣ ਜਾ ਕੇ ਪਰਮੇਸ਼ਵਰ ਯਿਸੂ ਮਸੀਹ ਜੀ ਉਹਨਾਂ ਕੋੜੀਆਂ ਨੂੰ ਠੀਕ ਕਰਦੇ ਨੇ। ਹੋਰ ਵੀ 2-3 ਥਾਵੇਂ ਆਪਾਂ ਦੇਖਦੇ ਹਾਂ ਜਿਹੜੇ ਪਰਮੇਸ਼ਵਰ ਰੱਬ ਨੇ ਜਿਨ੍ਹਾਂ ਦੇ ਲੋਕਾਂ ਦੇ ਕੋੜ ਠੀਕ ਕੀਤੇ ਨੇ ਨਵੇਂ ਟੈਸਟਮੈਂਟ ਦੇ ਵਿੱਚ। ਉਹ ਲੋਕਾਂ ਦੇ ਲਈ ਪਰਮੇਸ਼ਵਰ ਨੇ ਉਹ ਦਰਵਾਜ਼ਾ ਉਦੋਂ ਖੋਲ ਕੇ ਰੱਖਿਆ ਸੀ ਕਿ ਜਿੱਦਣ ਇਹ ਕੋੜ ਠੀਕ ਹੋਊਗਾ, ਪਰਮੇਸ਼ਵਰ ਦੇ ਵੱਲੋਂ ਯਿਸੂ ਮਸੀਹ ਜੀ ਠੀਕ ਕਰਨਗੇ, ਉਦੋਂ ਲੋਕ ਜਾਣਗੇ, ਪੁਰੋਹਿਤ ਨੂੰ ਦਿਖਾਉਣਗੇ, ਆਪਣਾ ਆਪ ਦਿਖਾਉਣਗੇ, ਰਸਮਾਂ ਪੂਰੀਆਂ ਕਰਨਗੇ ਤੇ ਫੇਰ ਮੁੜ ਕੇ ਜਾ ਕੇ ਆਪਣੇ ਪਰਿਵਾਰ ਦੇ ਨਾਲ ਉਹ ਲੋਕ ਰਹਿ ਸਕਣਗੇ। ਆਮੇਨ। ਹਾਲੇਲੂਇਆ। ਪਰਮੇਸ਼ਵਰ ਦੀ ਮਿਹਰ ਤੇ ਕਿਰਪਾ ਦਾ ਕੋਈ ਅੰਤ ਨਹੀਂਗਾ। ਆਮੇਨ। ਕੋਈ ਅੰਤ ਨਹੀਂਗਾ ਪਰਮੇਸ਼ਵਰ ਦੀ ਮਿਹਰ ਤੇ ਕਿਰਪਾ ਦਾ। ਤੇ ਜਦੋਂ ਜਿਹੜੀ ਕੋੜ ਆ ਉਹ ਤਾਂ ਬੋਡੀ ਨੂੰ ਖਰਾਬ ਕਰਦਾ ਆ, ਹੈ ਨਾ। ਬੋਡੀ ਆਪਣੇ ਸਰੀਰ ਤੇ ਜੇ ਕੋੜ ਲੱਗਦਾ ਹੈ, ਜੇ ਕੋਈ ਬਿਮਾਰੀ ਲੱਗਦੀ ਆ ਆਪਣੇ ਸਰੀਰ ਨੂੰ ਖਰਾਬ ਕਰਦੀ ਆ। ਪਰ ਜਿਹੜਾ ਪਾਪ ਆ ਉਹ ਆਪਣੇ ਅੰਦਰ ਖਰਾਬ ਕਰਦਾ ਆ। ਉਹ ਆਪਣੀ ਰੂਹ, ਜਿਸਮ, ਜਾਨ, ਆਪਣਾ ਜਿਸਮ ਤੱਕ ਸੜ ਜਾਂਦਾ ਆ। ਸਾਮ ਦੇ ਵਿੱਚ ਲਿਖਿਆ ਆ ਕਿ ਉਸ ਪਾਪ ਦੇ ਵਿੱਚ ਆਪਣੀਆਂ ਹੱਡੀਆਂ ਗਲ ਜਾਂਦੀਆਂ ਨੇ, ਹੈ ਨਾ। ਤੇ ਉਹ ਜਿਹੜਾ ਪਾਪ ਆ ਉਹ ਆਪਣੇ ਜਿਸਮ ਨੂੰ, ਆਪਣੇ ਅੰਦਰ ਨੂੰ, ਆਪਣੀ ਰੂਹ ਨੂੰ, ਆਪਣੀਆਂ ਸੋਚਾਂ ਨੂੰ, ਆਪਾਂ ਨੂੰ ਸਾਰੇ ਨੂੰ ਖਰਾਬ ਕਰ ਦਿੰਦਾ ਆ। ਪਰ ਪਰਮੇਸ਼ਵਰ ਦੀ ਮਿਹਰ ਤੇ ਕਿਰਪਾ ਸਦਾ ਦੇ ਲਈ ਆ। ਪਰਮੇਸ਼ਵਰ ਨੇ ਕੀ ਕੀਤਾ? ਉਹ ਪਾਪ ਆਦਮ ਤੋਂ ਤੁਰਿਆ ਹੁੰਦਾ ਸੀ, ਲੈਵੀਟਿਕਸ ਤੋਂ ਵੀ ਪਹਿਲਾਂ ਦਾ ਤੁਰਿਆ ਹੁੰਦਾ ਸੀ, ਪਰ ਪਰਮੇਸ਼ਵਰ ਨੇ ਇਹ ਯੋਜਨਾ ਬਣਾਈ ਹੋਈ ਸੀ। ਪਰਮੇਸ਼ਵਰ ਨੇ ਆਪਣੀ ਮਿਹਰ ਤੇ ਕਿਰਪਾ ਦੇ ਵਿੱਚ ਉਹ ਦਰਵਾਜ਼ਾ ਆਲਰੇਡੀ ਖੋਲ ਕੇ ਰੱਖਿਆ ਸੀਗਾ ਕਿ ਇੱਕ ਦਿਨ ਉਹ ਆਊਗਾ ਕਿ ਜਿਹੜੇ ਲੋਕ ਮੇਰੇ ਅੱਗੇ ਆਉਣਗੇ ਤੇ ਮੁਕਤੀ ਦਾ ਦਾਨ ਮੰਗਣਗੇ, ਮੈਂ ਉਹਨਾਂ ਨੂੰ ਮੁਕਤ ਕਰੂੰਗਾ ਤੇ ਉਹ ਆਪਣੇ ਪਾਪਾਂ ਤੋਂ ਮੁਕਤ ਹੋਣਗੇ। ਹਾਲੇਲੂਇਆ। ਉਹ ਆਪਣੇ ਲਈ ਪਰਮੇਸ਼ਵਰ ਨੇ ਸੋਚਿਆ, ਉਸ ਸਮੇਂ ਪਰਮੇਸ਼ਵਰ ਨੇ ਆਪਣੇ ਲਈ ਉਹ ਦਰਵਾਜ਼ਾ ਖੋਲ ਕੇ ਰੱਖਿਆ ਪਹਿਲਾਂ ਤੋਂ ਹੀ। ਹਾਲਾਂਕਿ ਉਦੋਂ ਹਜੇ ਕੁਝ ਪਤਾ ਨਹੀਂ ਸੀਗਾ ਵੀ ਪਾਪ ਕਿੱਦਾਂ ਮਾਫ ਹੋਣਗੇ। ਆਦਮ ਨੇ ਇੰਨਾ ਕੁਝ ਸਾਰੀ ਗੜਬੜ ਕਰਤੀ ਸੀਗੀ ਕਿ ਕਿੱਦਾਂ ਸਾਰਾ ਕੁਝ ਹੋਊਗਾ। ਪਰ ਪਰਮੇਸ਼ਵਰ ਦੀ ਮਿਹਰ ਤੇ ਕਿਰਪਾ ਨੇ ਅੱਜ ਆਪਾਂ ਜਿਹੜੇ ਇੱਥੇ ਬੈਠੇ ਆ, ਇਹ ਆਪਾਂ ਤਾਂ ਹੀ ਬੈਠੇ ਆ ਕਿਉਂਕਿ ਪਰਮੇਸ਼ਵਰ ਦੀ ਮਿਹਰ ਤੇ ਕਿਰਪਾ ਹੋਈ ਆਪਣੀਆਂ ਜ਼ਿੰਦਗੀਆਂ ਦੇ ਉੱਤੇ। ਆਮੇਨ। ਹਾਲੇਲੂਇਆ। ਹਾਲੇਲੂਇਆ। ਜਿਵੇਂ ਆਪਾਂ ਉਹ ਗੀਤ ਗਾਉਂਦੇ ਹੁੰਦੇ ਆ, ਅਰਸ਼ਾਂ ਦੇ ਭਾਗੀ ਹੋ ਗਏ ਨੇ ਜਿਹੜੇ ਚਰਨੀ ਲੱਗ ਗਏ ਨੇ। ਮੈਂ ਉਹ ਆਪਾਂ ਲੱਗ ਗਏ ਆ ਪਰਮੇਸ਼ਵਰ ਦੇ ਚਰਨੀ। ਹੁਣ ਆਪਾਂ ਚੰਗੇ ਰਾਹ ਪੈ ਗਏ ਆ ਤੇ ਹੁਣ ਆਪਾਂ ਅਰਸ਼ਾਂ ਦੇ ਭਾਗੀ ਆ। ਆਮੇਨ। ਹਾਲੇਲੂਇਆ। ਸਾਰੀ ਮਹਿਮਾ ਗਲੋਰੀ ਪਰਮੇਸ਼ਵਰ ਨੂੰ ਦਿੰਦੇ ਆ। ਹਾਲੇਲੂਇਆ। ਜਦੋਂ ਪਰਮੇਸ਼ਵਰ ਆਪਣੇ ਸਰੀਰ ਨੂੰ ਚੰਗਾ ਕਰਦਾ ਆ, ਆਪਾਂ ਹੋ ਸਕਦਾ ਆ ਜੇ ਕੋਈ ਬਿਮਾਰੀ, ਕੋੜੀ ਲਾ ਲਓ, ਕੈਂਸਰ ਲਾ ਲਓ, ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਨੇ ਜੇ ਪਰਮੇਸ਼ਵਰ ਚੰਗਾ ਕਰਦਾ ਆ ਤਾਂ ਆਪਾਂ ਨੂੰ 50, 60, 70 ਸਾਲਾਂ ਦੀ ਜ਼ਿੰਦਗੀ ਹੋਰ ਆਪਾਂ ਜੀ ਸਕਦੇ ਆ, ਜਦੋਂ ਤੱਕ ਵੀ ਆਪਾਂ ਇਸ ਧਰਤੀ ਤੇ ਹੈਗੇ ਆ। ਪਰ ਜਦੋਂ ਪਰਮੇਸ਼ਵਰ ਆਪਣੇ ਪਾਪਾਂ ਦੀ ਮੁਕਤੀ ਆਪਾਂ ਨੂੰ ਦਿਵਾਉਂਦਾ ਆ, ਉਦੋਂ ਆਪਾਂ ਹਮੇਸ਼ਾ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਉਹਦੇ ਨਾਲ ਜਿਉਂਦੇ ਆ। ਸਵਰਗ ਦੇ ਵਿੱਚ ਹਮੇਸ਼ਾ ਦਾ ਦਰਵਾਜ਼ਾ ਜਿਹੜਾ ਆ ਉਹ ਆਪਣੇ ਲਈ ਖੁੱਲ ਜਾਂਦਾ ਆ। ਆਮੇਨ। ਹਾਲੇਲੂਇਆ। ਪਰਮੇਸ਼ਵਰ ਦਾ ਧੰਨਵਾਦ ਹੀ ਕਰਦੇ ਆ ਇਸ ਚੀਜ਼ ਲਈ ਕਿ ਇੰਨੀ ਮਿਹਰ ਤੇ ਕਿਰਪਾ ਪਰਮੇਸ਼ਵਰ ਦੀ ਹੋਈ ਕਿ ਉਸਨੇ ਸਾਡੇ ਤੇ ਦਇਆ ਕੀਤੀ। ਹਾਲੇਲੂਇਆ। ਉਸ ਤੋਂ ਬਾਅਦ ਆਪਾਂ ਕਹਾਣੀ ਅੱਗੇ ਦੇਖਦੇ ਹਾਂ। 13 ਜਿਹੜੀ ਵਰਸ ਹੈਗੀ ਆ ਉਹਦੇ ਵਿੱਚ ਲਿਖਿਆ ਆ, 13 verse says and called out in a loud voice. So 12 ਦੇ ਵਿੱਚ ਕਹਿ ਰਿਹਾ ਸੀਗਾ, and he was going into a village. 10 men who had leprosy met him. They stood at a distance, ਉਹ ਦੂਰ ਖੜੇ ਸੀਗੇ, and called out in a loud voice, Jesus, Master, have mercy on us. ਉਹ ਦੂਰ ਖੜੇ ਕਹਿੰਦੇ ਨੇ, ਪਰਮੇਸ਼ਵਰ ਮਿਹਰ ਕਰ ਸਾਡੇ ਤੇ, ਕਿਰਪਾ ਕਰ ਸਾਡੇ ਤੇ। ਉਹਨੂੰ ਪਰਮੇਸ਼ਵਰ ਨੂੰ ਪਤਾ ਸੀਗਾ
ਪਰ ਉਹਨਾਂ ਨੂੰ ਲੋਕਾਂ ਨੂੰ ਪਤਾ ਸੀਗਾ ਕਿ ਜੇ ਅਸੀਂ ਪਰਮੇਸ਼ਵਰ ਦੇ ਅੱਗੇ ਜਾ ਕੇ ਮਿਹਰ ਤੇ ਕਿਰਪਾ ਮੰਗਾਂਗੇ ਸਿਰਫ ਤੇ ਸਿਰਫ ਸਾਨੂੰ ਤਾਂ ਹੀ ਸ਼ਿਫਾ ਮਿਲ ਸਕਦੀ ਆ, ਕਿਉਂਕਿ ਉਹ ਜਿਹੜੇ ਕੋੜੀ ਸੀਗੇ ਉਹਨਾਂ ਨੇ ਵੀ ਇਹ ਚੀਜ਼ ਕਦੇ ਨਹੀਂ ਸੀ ਸੁਣੀ ਕਿ ਕਿੱਦਾਂ ਕੋੜ ਤੋਂ ਠੀਕ ਹੋ ਸਕਦੇ ਆ। ਕੋੜ ਤੋਂ ਕੋਈ ਠੀਕ ਹੀ ਨਹੀਂ ਹੋ ਸਕਦਾ, ਲੈਪਰੀਸੀ ਤੋਂ ਕੋਈ ਠੀਕ ਨਹੀਂ ਹੋ ਸਕਦਾ। ਪਰ ਉਹਨਾਂ ਨੂੰ ਪਤਾ ਸੀਗਾ ਕਿ ਜੇ ਅਸੀਂ ਪਰਮੇਸ਼ਵਰ ਦੇ ਕੋਲੇ ਜਾਵਾਂਗੇ ਇਹ ਤੋਂ ਬਗੈਰ ਸਾਡੀ ਹੋਪ ਹੋਰ ਕਿਤੇ ਨਹੀਂਗੀ। ਆਮੇਨ। ਆਪਣੀ ਵੀ ਹੋਪ ਹੋਰ ਕਿਤੇ ਨਹੀਂਗੀ, ਆਪਣੀ ਹੋਪ ਸਿਰਫ ਤੇ ਸਿਰਫ ਪਰਮੇਸ਼ਵਰ ਦੇ ਵਿੱਚ ਲੱਗੀ ਹੋਈ ਆ। ਤੇ ਉਹਨਾਂ ਨੇ ਕੀ ਕੀਤਾ? ਦੇ ਕ੍ਰਾਈਡ ਆਊਟ, ਉਹ ਰੋ ਪਏ, ਉਹ ਜ਼ੋਰ ਜ਼ੋਰ ਦੀ ਬੁਲਾਉਣ ਲੱਗੇ, ਪਰਮੇਸ਼ਵਰ ਕਿਰਪਾ ਕਰ, ਪਰਮੇਸ਼ਵਰ ਮਿਹਰ ਕਰ। ਦੂਰ ਖੜੇ ਬ੍ਰਦਰਸ ਐਂਡ ਸਿਸਟਰਸ, ਕਈ ਵਾਰੀ ਟਾਈਮ ਹੁੰਦਾ ਆ ਕਿ ਜਦੋਂ ਆਪਾਂ ਚੁੱਪਚਾਪ ਬੈਠ ਕੇ ਪਰਮੇਸ਼ਵਰ ਦੀ ਆਰਾਧਨਾ ਕਰਨੀ ਆ, ਪਰ ਕਈ ਵਾਰੀ ਟਾਈਮ ਹੁੰਦਾ ਆ ਜਦੋਂ ਆਪਾਂ ਉੱਚੀ ਉੱਚੀ ਚੀਕਾਂ ਮਾਰ ਕੇ ਰੋ ਕੇ ਉੱਚੀ ਆਵਾਜ਼ ਦੇ ਵਿੱਚ ਆਪਾਂ ਪਰਮੇਸ਼ਵਰ ਦੀ ਮਹਿਮਾ ਕਰਨੀ ਆ। ਮੈਂ ਇਹ ਆਪਾਂ ਨੂੰ ਜ਼ਰੂਰੀ ਆ ਸਮਝਣਾ ਕਦੋਂ ਚੁੱਪ ਰਹਿਣਾ ਆ ਤੇ ਕਦੋਂ ਰੌਲਾ ਪਾਉਣਾ ਆ, ਉੱਚੀ ਉੱਚੀ ਰੌਲਾ ਪਾਉਣਾ ਆ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ। ਸੋਚੋ ਤੁਸੀਂ ਜੇ ਇਹ ਪਰੇ ਖੜੇ ਹੁੰਦੇ ਤੇ ਚੁੱਪਚਾਪ ਹੀ ਥੋੜੇ ਜਿਹੇ ਕੈਨੇਡੀਅਨ ਹੁੰਦੇ, ਰੌਲਾ ਕਹਿੰਦੇ ਵੀ ਨਹੀਂ ਰੌਲਾ ਨਾ ਹੀ ਪਾਈਏ, ਕੈਨੇਡੀਅਨ ਆਪਣੇ ਥੋੜੇ ਜਿਹੇ ਨਾਈਸ ਨੇ ਨਾ, ਤੇ ਜੇ ਚੁੱਪ ਨਾ ਰੌਲਾ ਨਾ ਪਾਉਂਦੇ ਤਾਂ ਕੀ ਹੁੰਦਾ? ਸ਼ਾਇਦ ਪਰਮੇਸ਼ਵਰ ਯਿਸੂ ਮਸੀਹ ਜੀ ਉੱਥੋਂ ਜੇ ਲੰਘ ਜਾਂਦੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਹਾਂ ਉਹਨਾਂ ਨੂੰ, ਕਿਉਂਕਿ ਲੋਕ ਤਾਂ ਸਾਰੇ ਪਾਸੇ ਨੇ, ਸ਼ਾਇਦ ਉਹਨਾਂ ਵੱਲ ਨਾ ਤੱਕਦੇ, ਸ਼ਾਇਦ ਉਹਨਾਂ ਨੂੰ ਪਤਾ ਹੀ ਨਾ ਹੁੰਦਾ। ਤਾਂ ਕਰਕੇ ਬ੍ਰਦਰਸ ਐਂਡ ਸਿਸਟਰ ਜਦੋਂ ਆਪਾਂ ਚਰਚ 'ਚ ਹੁੰਦੇ ਆ ਉਦੋਂ ਆਪਾਂ ਚੁੱਪ ਨਾ ਬੈਠੀਏ, ਰੌਲਾ ਪਾਈਏ, ਸਾਰੇ ਮਿਲ ਕੇ ਰੌਲਾ ਪਾਈਏ। ਆਮੇਨ, ਹਾਲੇਲੂਇਆ। ਉੱਚੀ ਉੱਚੀ ਜਦੋਂ ਹੁਣ ਆਪਾਂ ਵਚਨ ਵੀ ਸਾਂਝਾ ਕਰ ਰਹੇ ਸਾਰੇ ਸਹਿਮਤ ਹੋਈਏ, ਆਮੇਨ ਕਹੀਏ, ਹਾਲੇਲੂਇਆ ਕਹੀਏ, ਰੌਲਾ ਪਾਈਏ, ਪਰਮੇਸ਼ਵਰ ਦੀ ਹਜ਼ੂਰੀ ਇੱਥੇ ਆ। ਆਮੇਨ। ਤੁਹਾਨੂੰ ਪਤਾ ਹੋਣਾ ਜਦੋਂ ਜੈਨੇਸਿਸ ਦੇ ਵਿੱਚ ਜਿਹੜਾ ਇੱਕ ਬੰਦਾ ਸੀਗਾ ਜੇਕਬ, ਯਾਕੂਬ, ਉਹਨੇ ਕੀ ਕੀਤਾ ਸੀ? ਉਹ ਇੱਕ ਦੂਤ ਦੇ ਨਾਲ ਲੜਿਆ ਸੀਗਾ। ਉਹਨੇ ਕਈ ਥਾਵਾਂ ਤੇ ਦੂਤ ਲਿਖਿਆ, ਕਈ ਥਾਵਾਂ ਤੇ ਰੱਬ ਲਿਖਿਆ। ਉਹ ਰੱਬ ਦੇ ਨਾਲ ਲੜਿਆ ਸੀ, ਉਹਨੇ ਰੱਬ ਤੋਂ ਬਰਕਤ ਖੋਹ ਲਈ ਸੀ, ਲੜ ਕੇ ਬਰਕਤ ਖੋਹ ਲਈ ਉਹਨੇ ਰੱਬ ਤੋਂ। ਆਪਾਂ ਵੀ ਕਰ ਸਕਦੇ ਆ, ਕਿਉਂ ਨਹੀਂ ਕਰ ਸਕਦੇ, ਹੈ ਨਾ? ਆਪਾਂ ਪਰ ਆਪਣੇ ਅੰਦਰ ਹਿੰਮਤ ਹੋਣੀ ਚਾਹੀਦੀ ਆ, ਹਿੰਮਤ ਹੋਣੀ ਚਾਹੀਦੀ ਆ। ਪਰਮੇਸ਼ਰ ਕੁਛ ਵੀ ਹੋ ਜੇ, ਮੈਨੂੰ ਆਹ ਬਰਕਤ ਚਾਹੀਦੀ ਆ। ਆਮੇਨ, ਹਾਲੇਲੂਇਆ, ਹਾਲੇਲੂਇਆ। ਤੇ ਉਸ ਨੇ ਪਰਮੇਸ਼ਵਰ ਤੋਂ ਬਰਕਤ ਖੋਲੀ ਸੀ। ਤੇ ਕੀ ਆਪਾਂ ਨੂੰ ਕਰਨ ਦੀ ਜ਼ਰੂਰਤ ਆ? ਆਪਾਂ ਨੂੰ ਪਰਮੇਸ਼ਵਰ ਦੀ ਵੀ ਨੀਡ ਟੂ ਗੈਟ ਹਿਸ ਅਟੈਂਸ਼ਨ ਤਾਂ ਆਪਾਂ ਰੌਲਾ ਪਾ ਕੇ ਮਿਲੂਗੀ ਨਾ। ਆਪਾਂ ਉਹਦਾ ਧਿਆਨ ਖਿੱਚੀਏ, ਪਰਮੇਸ਼ਵਰ ਦਾ ਧਿਆਨ ਤਾਂ ਸਿਰਫ ਆਪਾਂ ਰੌਲਾ ਪਾ ਕੇ ਖਿੱਚ ਸਕਦੇ ਆ। ਆਮੇਨ। ਆਪਾਂ ਆਪਣੀ ਜ਼ਿੰਦਗੀਆਂ ਨੂੰ, ਜਿੱਦਾਂ ਅੱਜ ਗਵਾਹੀ ਵੀ ਆਪਾਂ ਸੁਣੀ ਹੈਗੀ ਆ ਕਿ ਸੁਪਨੇ ਦੇ ਵਿੱਚ ਵੀ ਕਿ ਪਾਪਾਂ ਦੀ ਮਾਫੀ ਉਹ ਤੋਂ ਹੀ ਮਿਲਦੀ ਆ, ਹੈ ਨਾ? ਕਿ ਪਰਮੇਸ਼ਵਰ ਕਹਿੰਦਾ ਆ ਹੁਣ ਤੂੰ ਪਾਪ ਨਾ ਕਰ ਦੁਬਾਰਾ। ਇਹ ਜ਼ਰੂਰੀ ਆ, ਸਾਫ਼ ਰਹੀਏ, ਪਾਪ ਨਾ ਕਰੀਏ, ਪਰਮੇਸ਼ਵਰ ਦੀ ਹਜ਼ੂਰੀ ਚਾਹੀਏ। ਇਹ ਸਭ ਕੁਝ ਦੇ ਨਾਲ ਆਪਾਂ ਬਰਕਤ ਖਿੱਚ ਲਵਾਂਗੇ ਪਰਮੇਸ਼ਵਰ ਤੋਂ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਵਰ ਦਾ ਧੰਨਵਾਦ ਕਰਦੇ ਆ, ਉਹਦੀ ਮਰਸੀ, ਉਹਦੀ ਦਇਆ, ਉਹਦੀ ਕਿਰਪਾ ਦੇ ਲਈ। ਹਾਲੇਲੂਇਆ। ਕਈ ਵਾਰੀ ਉਹ ਜਿਹੜੇ ਲੋਕ ਸੀਗੇ ਸ਼ਾਇਦ ਉਹਨਾਂ ਦੇ ਅੰਦਰ ਵੀ ਇਹੋ ਜਿਹੀਆਂ ਕੋਈ ਚੀਜ਼ਾਂ, ਇੱਛਾਵਾਂ ਸੀਗੀਆਂ ਕਿ ਉਹ ਚਾਹੁੰਦੇ ਸੀ ਆਪਦੇ ਘਰਾਂ ਦੇ ਵਿੱਚ ਮੁੜ ਕੇ ਜਾਣ ਦੁਬਾਰਾ। ਆਪਾਂ ਕਈ ਵਾਰੀ ਆਪਣੇ ਅੰਦਰ ਇਹੋ ਜਿਹੀਆਂ ਕੋਈ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਪਰਮੇਸ਼ਰ ਤੋਂ ਖਿੱਚਣੀ ਆ ਆਪਣੀ ਬਰਕਤ, ਪਰ ਕਈ ਵਾਰੀ ਆਪਣੇ ਅੰਦਰ ਕੁਝ ਲੁਕੇ ਪਾਪ ਹੁੰਦੇ ਨੇ ਜਿਹੜਾ ਕਿ ਸਿਰਫ ਪਰਮੇਸ਼ਵਰ ਜਾਣਦਾ ਆ, ਆਪਾਂ ਨਹੀਂ ਜਾਣਦੇ। ਕੀ ਇਹੋ ਜਿਹੀ ਚੀਜ਼ ਹੈਗੀ ਆ? ਅੱਜ ਕੌਣ ਇਹੋ ਜਿਹਾ ਬੰਦਾ ਹੈਗਾ ਆ ਜਿਹੜਾ ਤੁਹਾਨੂੰ ਪਾਪ ਵੱਲ ਨੂੰ ਖਿੱਚ ਰਿਹਾ ਆ? ਕੀ ਚੀਜ਼, ਕਿਹੜੀ ਹੈਬਿਟ, ਕਿਹੜੀ ਆਦਤ ਤੁਹਾਨੂੰ ਪਾਪ ਵੱਲ ਨੂੰ ਖਿੱਚ ਰਹੀ ਹੈ? ਕਿਹੜੀ ਸਿਚੁਏਸ਼ਨ, ਕਿਹੜੀ ਚੀਜ਼ ਤੁਹਾਡੇ ਦਿਲ ਦੇ ਅੰਦਰ ਅੱਜ ਲੁਕੀ ਹੋਈ ਆ? ਉਹਨੂੰ ਕੱਢੀਏ। ਜਦ ਤਾਈਂ ਉਹਨੂੰ ਕੱਢਾਂਗੇ ਨਾ ਤਦ ਤਾਈਂ ਆਪਾਂ ਫ੍ਰੀ ਨਾ ਹੋਵਾਂਗੇ ਪਰਮੇਸ਼ਵਰ ਤੋਂ ਬਰਕਤ ਖਿੱਚਣ ਦੇ ਲਈ। ਆਮੇਨ, ਹਾਲੇਲੂਇਆ। ਪਰਮੇਸ਼ਵਰ ਦੇ ਅੱਗੇ ਆਈਏ ਤੇ ਪਰਮੇਸ਼ਵਰ ਦਾ ਵਚਨ ਕਹਿੰਦਾ ਆ ਕਿ ਉਹ ਅੱਗੇ ਉਹਨੇ ਲਿਖਿਆ ਹੈਵ ਮਰਸੀ ਔਨ ਅਸ। ਉਹਨੇ ਕਿਹਾ ਆ ਨਾ, ਉਹਨਾਂ ਨੇ ਹਾਕ ਮਾਰ ਕੇ ਕਿਹਾ ਪਰਮੇਸ਼ਵਰ ਸਾਡੇ ਤੇ ਕਿਰਪਾ ਕਰ, ਸਾਡੇ ਤੇ ਮਿਹਰ ਕਰ। ਮਿਹਰ ਕੀ ਚੀਜ਼ ਆ? ਦਇਆ ਕਰ ਪਰਮੇਸ਼ਵਰ ਸਾਡੇ ਤੇ। ਦਇਆ ਕੀ ਚੀਜ਼ ਆ? ਦਇਆ ਤੁਹਾਨੂੰ ਪਤਾ ਆ ਕਿ ਅੱਜ ਜੇ ਆਪਾਂ ਸਵੇਰੇ ਉੱਠੇ ਆ ਇਹ ਪਰਮੇਸ਼ਵਰ ਦੀ ਦਇਆ ਦੇ ਨਾਲ ਹੀ ਉੱਠੇ ਆ। ਆਮੇਨ। ਬਹੁਤ ਲੋਕ ਸ਼ਾਇਦ ਉੱਠੇ ਨਹੀਂ, ਅੱਜ ਦੀ ਸਵੇਰ ਨਹੀਂ ਦੇਖੀ ਉਹਨਾਂ ਨੇ। ਇਹ ਪਰਮੇਸ਼ਵਰ ਦੀ ਦਇਆ ਆ, ਮਿਹਰ ਆ, ਕਿਰਪਾ ਆ ਕਿ ਅੱਜ ਆਪਾਂ ਸਵੇਰੇ ਉੱਠੇ ਆ। ਆਮੇਨ, ਹਾਲੇਲੂਇਆ। ਪਰਮੇਸ਼ਵਰ ਦੀ ਜਿਹੜੀ ਦਇਆ ਆ, ਕਹਿੰਦੇ ਨੇ ਦਇਆ ਕੀ ਚੀਜ਼ ਆ? ਜੋ ਪਰਮੇਸ਼ਵਰ ਆਪਾਂ ਨੂੰ ਦਿੰਦਾ ਆ, ਜਿਹਦੇ ਆਪਾਂ ਹੱਕਦਾਰ ਨਹੀਂ ਸੀਗੇ, ਉਹ ਦਇਆ ਆ। The thing that God gives us, we didn't deserve it. That is His grace.
That is his mercy, man, that we didn't deserve it. ਸੋਚੋ ਤੁਸੀਂ, ਮੈਂ ਤਾਂ ਕਹਿੰਦੀ ਹਾਂ ਸ਼ੁਕਰ ਆ ਕਿ ਪਰਮੇਸ਼ਵਰ ਨੇ ਸਾਡੇ ਹੱਥ ਹੀ ਨਹੀਂ ਸਾਨੂੰ ਛੱਡਤਾ ਸੀਗਾ, ਨਹੀਂ ਤਾਂ ਪਤਾ ਨਹੀਂ ਪਾਪ ਦੇ ਵਿੱਚ ਪੈ ਪੂ ਕੇ ਆਪਾਂ ਕਿੱਥੇ ਦੀ ਕਿੱਥੇ ਜਾਣਾ ਸੀਗਾ। ਪਰ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਆਪਣੀ ਦਇਆ ਸਾਡੇ ਤੇ ਕੀਤੀ। ਸ਼ੁਕਰ ਆ ਕਿ ਮੇਰੇ ਹੱਥ ਦੇ ਵਿੱਚ ਨਹੀਂ ਸੀ ਛੱਡਦਾ, ਕਿਉਂਕਿ ਜਿਹੜਾ ਪਾਪ ਆ ਉਹ ਬਹੁਤ ਬੁਰਾ ਆ, ਉਹ ਕਿੱਥੇ ਦੀ ਕਿੱਥੇ ਲੋਕਾਂ ਨੂੰ ਲੈ ਜਾਂਦਾ। ਤੇ ਆਪਾਂ ਨੂੰ ਪਤਾ ਹੈ, ਆਪਾਂ ਦੇਖਦੇ ਹਾਂ ਕਈ ਆਪਣੇ ਫਰੈਂਡਸ ਦੋਸਤ ਮਿੱਤਰ ਨੇ ਜਿਹੜੇ ਕਿੱਦਾਂ ਫਸੇ ਹੋਏ ਨੇ। ਆਪਾਂ ਦੁਆਵਾਂ ਕਰੀ ਜਾਈਏ, ਪਰਮੇਸ਼ਵਰ ਆਪਣਾ ਜਾਣਦਾ ਆ। ਆਪਾਂ ਲੜੀਏ ਤੇ ਆਪਾਂ ਇਹ ਬਰਕਤ ਖੋਲੀਏ ਆਪਣੇ ਪਰਿਵਾਰ ਵਾਲਿਆਂ ਦੇ ਲਈ, ਆਪਣੇ ਬੱਚਿਆਂ ਦੇ ਲਈ, ਆਪਣੇ ਘਰ ਵਾਲਿਆਂ ਦੇ ਲਈ, ਆਪਣੇ ਰਿਸ਼ਤੇਦਾਰਾਂ ਦੇ ਲਈ। ਇਹ ਹੋ ਸਕਦਾ ਆ ਕਿਉਂਕਿ ਇਹ ਵਚਨ ਦੇ ਵਿੱਚ ਲਿਖਿਆ ਹੋਇਆ ਹੈ। ਆਮੇਨ, ਹਾਲੇਲੂਇਆ। ਇਸ ਤੋਂ ਅੱਗੇ ਜਿਹੜੀ 14ਵੀਂ ਵਰਸ ਹੈਗੀ ਆ, 14ਵੀਂ ਵਰਸ ਦੇ ਵਿੱਚ ਲਿਖਿਆ ਹੈ, when he saw them, looked at them and he said, ਜਦੋਂ ਪਰਮੇਸ਼ਰ ਯਿਸੂ ਮਸੀਹ ਜੀ ਨੂੰ ਉਹਨਾਂ ਨੇ ਰੌਲਾ ਪਾਇਆ ਤੇ ਪਰਮੇਸ਼ਰ ਜੀ ਉਹਨਾਂ ਨਾਲ ਝਾਕ ਕੇ he looked at them, ਉਹਨਾਂ ਨਾਲ ਤੱਕੇ ਹੀ ਬਸ ਇਹੀ ਚਾਹੀਦੀ ਆ। ਪਰਮੇਸ਼ਵਰ ਦੀ ਇੱਕ ਨਜ਼ਰ, ਉਹਨਾਂ ਨੇ ਪਰਮੇਸ਼ਰ ਯਿਸੂ ਮਸੀਹ ਜੀ ਨੇ ਉੱਥੇ ਜਾ ਕੇ ਉਹਨਾਂ ਨੂੰ ਛੂਇਆ ਨਹੀਂ, ਉੱਥੇ ਜਾ ਕੇ ਪਰਮੇਸ਼ਵਰ ਨੇ ਕੁਛ ਨਹੀਂ ਉਹਨਾਂ ਨੂੰ ਕੀਤਾ, ਬਸ ਪਰਮੇਸ਼ਵਰ ਉਹਨਾਂ ਨਾਲ ਤੱਕ ਕੇ ਕੀ ਕਿਹਾ, ਜਾਓ ਜਾ ਕੇ ਪ੍ਰੋਹਿਤਾਂ ਨੂੰ ਦਿਖਾਓ। ਰਾਈਟ, ਯਾ ਜਾਓ ਜਾ ਕੇ ਪ੍ਰੋਹਿਤਾਂ ਨੂੰ ਦਿਖਾਓ। ਹਾਂ, ਕਈ ਵਾਰੀ ਹੋਇਆ ਵੀ ਆ, ਪਰਮੇਸ਼ਵਰ ਨੇ ਛੂਇਆ ਵੀ ਆ। ਇੱਕ ਬੰਦਾ ਸੀਗਾ ਜਿਹੜਾ ਕੋੜੀ ਸੀਗਾ, ਜਿਹਨੂੰ ਪਰਮੇਸ਼ਵਰ ਨੇ ਛੂਇਆ ਸੀਗਾ। ਉਹ ਕਹਿੰਦਾ ਸੀ, ਪਰਮੇਸ਼ਵਰ ਨੂੰ ਉਹਨੇ ਕਿਹਾ ਸੀਗਾ ਬਈ ਜੇ ਤੂੰ ਚਾਹੇ ਤਾਂ ਮੈਨੂੰ ਠੀਕ ਕਰ ਸਕਦਾ। ਪਰਮੇਸ਼ਵਰ ਯਿਸੂ ਮਸੀਹ ਜੀ ਨੇ ਉਹਨੂੰ ਕਿਹਾ ਸੀ, ਜਾ ਤੇਰੀ ਨੇਚਾ ਨੇ ਤੈਨੂੰ ਠੀਕ ਕੀਤਾ, ਹੈ ਨਾ। ਪਰ ਇਸ ਵੇਲੇ ਪਰਮੇਸ਼ਵਰ ਬਸ ਦੇਖਿਆ ਉਹਨਾਂ ਨੂੰ ਤੇ ਉਹਨਾਂ ਨੂੰ ਕਿਹਾ, ਜਾਓ ਜਾ ਕੇ ਪ੍ਰੋਹਿਤ ਨੂੰ ਦਿਖਾਓ। ਇਹਦਾ ਕੀ ਮਤਲਬ ਹੋ ਗਿਆ? ਪਰਮੇਸ਼ਵਰ ਨੂੰ ਉਹਨਾਂ ਨੂੰ ਸ਼ਿਫਾ ਦੇਤੀ। ਕਿਉਂਕਿ ਵਚਨ ਦੇ ਵਿੱਚ ਜਿਹੜੀ ਇੰਟਰਸਟਿੰਗ ਚੀਜ਼ ਇੱਥੇ ਹੈਗੀ ਆ, ਉਹ ਹੈਗੀ ਆ ਕਿ ਜਿਹੜੇ ਉਹ ਲੋਕ ਇੱਕ ਨਜ਼ਰ ਨਾਲ, ਉਹ ਲੋਕ ਕੀ ਸੀਗੇ? ਕੈਸਟ ਆਊਟ, ਰਿਜੈਕਟਡ ਲੋਕ ਸੀਗੇ, ਲੋਨਲੀ ਲੋਕ ਸੀਗੇ। ਦੁਨੀਆ ਉਹਨਾਂ ਨਾਲ ਹੁਣ ਦੇਖਦੀ ਨਹੀਂ ਸੀ। ਦੁਨੀਆ ਉਹਨਾਂ ਨੂੰ ਮਤਲਬ ਵੀ ਬਿਲਕੁਲ ਡਰਦੀ ਸੀ ਉਹਨਾਂ ਤੋਂ, ਕਿਉਂਕਿ ਉਹਨਾਂ ਦੀ ਬਿਮਾਰੀ ਕਿਤੇ ਸਾਨੂੰ ਨਾ ਹੋ ਜਾਵੇ, ਹੈ ਨਾ। ਤੇ ਆਪਾਂ ਵੀ ਕਈ ਵਾਰੀ ਡਿਪਰੈਸ਼ਨ ਦੇ ਵਿੱਚ ਹੁੰਨੇ ਆ ਤੇ ਆਪਾਂ ਪਰਮੇਸ਼ਵਰ ਨੂੰ ਰੋਈਏ ਕਿ ਪਰਮੇਸ਼ਵਰ ਤੇਰੀ ਇੱਕ ਨਜ਼ਰ ਦੀ ਲੋੜ ਆ, ਪਰਮੇਸ਼ਵਰ ਤੇਰੀ ਇੱਕ ਛੂਹ ਦੀ ਲੋੜ ਆ, ਪਰਮੇਸ਼ਵਰ ਸਾਡੇ ਬੱਚਿਆਂ ਨੂੰ, ਸਾਡੇ ਘਰ ਵਾਲਿਆਂ ਨੂੰ, ਰਿਸ਼ਤੇਦਾਰਾਂ ਨੂੰ ਇੱਕ ਛੂਹ ਦੀ ਤੇਰੀ ਲੋੜ ਆ। ਪਿਤਾ ਪਰਮੇਸ਼ਵਰ ਮਿਹਰ ਕਰ ਪਿਤਾ ਪਰਮੇਸ਼ਵਰ ਕਿਰਪਾ ਕਰ। ਤੇ ਆਪਾਂ ਜੋ ਵੀ ਚੀਜ਼ਾਂ ਦੇ ਵਿੱਚ ਫਸੇ ਆ, ਸਟਾਕਾਂ, ਡਾਕਟਰ ਭਾਵੇਂ ਕੁਛ ਵੀ ਕਹਿੰਦੇ ਹੋਣ, ਆਪਾਂ ਕਿਸੇ ਵੀ ਚੀਜ਼ 'ਚ ਫਸੇ ਆ, ਕੋਈ ਵੀ ਆਪਣੀ ਹੈਲਪਲੈਸ ਪ੍ਰੋਬਲਮ ਚੱਲ ਰਹੀ ਆ, ਪਰਮੇਸ਼ਵਰ ਦੀ ਇੱਕ ਨਜ਼ਰ ਤੇ ਇੱਕ ਛੂਹ ਆਪਾਂ ਨੂੰ ਉਸ ਚੀਜ਼ ਚੋਂ ਬਾਹਰ ਕੱਢ ਸਕਦੀ ਆ। ਤੇ ਪਰਮੇਸ਼ਵਰ ਨੇ ਕੀ ਕਿਹਾ ਉਹਨਾਂ ਨੂੰ? ਅੱਗੇ ਕਿਹਾ, go show yourself to the priest and as they went they were cleansed। ਜਾਓ ਜਾ ਕੇ ਆਪਣਾ ਆਪ ਪ੍ਰੋਹਿਤਾਂ ਨੂੰ ਦਿਖਾਓ। ਪਰਮੇਸ਼ਵਰ ਨੇ ਸਿਰਫ ਸਿੰਪਲ ਇੰਸਟਰਕਸ਼ਨਸ ਦਿੱਤੀਆਂ, ਹੈ। ਸਿਰਫ ਸਿੰਪਲ ਇੰਸਟਰਕਸ਼ਨਸ ਕੀ ਸੀਗੀਆਂ? go to church। ਪ੍ਰੋਹਿਤ ਤਾਂ ਚਰਚ 'ਚ ਹੀ ਸੀ ਨਾ। ਹਾਂ, ਸਿੰਪਲ ਇੰਸਟਰਕਸ਼ਨਸ ਦਿੱਤੀ, go to church। ਤੇ ਦੇਖਣ ਵਾਲੀ ਗੱਲ ਇਹ ਹੈਗੀ ਆ ਕਿ ਪ੍ਰੋਹਿਤਾਂ ਦੇ ਕੋਲੇ ਕੋਈ ਜਾ ਹੀ ਨਹੀਂ ਸੀ ਸਕਦਾ ਜਦ ਤੱਕ ਬੰਦਾ ਠੀਕ ਨਾ ਹੋਵੇ। ਉਹਨਾਂ ਨੂੰ ਤਾਂ ਹਜੇ ਕੋੜ ਸੀਗਾ ਤੇ ਪਰਮੇਸ਼ਵਰ ਯਿਸੂ ਮਸੀਹ ਜੀ ਨੇ ਕਿਹਾ, ਜਾਓ ਜਾ ਕੇ ਪ੍ਰੋਹਿਤਾਂ ਨੂੰ ਦਿਖਾਓ। ਤੇ ਉਹ ਤਾਂ ਉੱਥੇ ਜਾ ਨਹੀਂ ਸੀ ਸਕਦੇ, ਕਿਉਂਕਿ ਪ੍ਰੋਹਿਤਾਂ ਦੇ ਕੋਲੇ ਤਾਂ ਸਿਰਫ ਲਿਖਿਆ ਹੋਇਆ ਕਿ ਸਿਰਫ ਤਾਂ ਜਾ ਸਕਦੇ ਸੀ ਜੇ ਤੁਸੀਂ ਜਾਣਦੇ ਹੋ ਕਿ ਤੁਸੀਂ ਠੀਕ ਹੋ ਗਏ ਹੋ ਤੇ ਤੁਸੀਂ ਜਾ ਕੇ ਪ੍ਰੋਹਿਤਾਂ ਨੂੰ ਦਿਖਾਓ, ਤਾਂ ਉਹ ਤੁਹਾਨੂੰ ਚੈੱਕ ਚੁੱਕ ਕਰਨਗੇ ਤੇ ਬਾਕੀ ਸਾਰਾ ਪ੍ਰੋਸੈਸ ਜਿਹੜਾ ਹੈਗਾ ਉਹ ਕਰਨਗੇ। ਤੇ ਕੀ ਹੋਇਆ ਇੱਥੇ? ਜਿਹੜੇ ਲੋਕ ਸੀਗੇ ਉਹ ਤੁਰ ਗਏ ਪਰਮੇਸ਼ਵਰ ਵੱਲ ਨੂੰ। ਪਰ ਕਿਉਂਕਿ ਪਰਮੇਸ਼ਵਰ ਨੂੰ ਪਤਾ ਸੀਗਾ ਕਿ ਉਹ ਜੇ ਓਬੇ ਕਰਨਗੇ ਪਰਮੇਸ਼ਵਰ ਦੀ ਆਵਾਜ਼ ਨੂੰ, ਰਾਜ ਜਾਂਦੇ ਜਾਂਦੇ ਠੀਕ ਹੋ ਜਾਣਗੇ ਜਦ ਤੱਕ ਪ੍ਰੋਹਿਤ ਕੋਲੇ ਪਹੁੰਚਣਗੇ। ਆਮੇਨ, ਹਾਲੇਲੂਇਆ। ਕੀ ਹੋਇਆ ਇੱਥੇ? ਉਹਨਾਂ ਦੀ ਨੇਚਾ ਨੇ ਉਹਨਾਂ ਨੂੰ ਚੰਗਾ ਕੀਤਾ, ਉਹਨਾਂ ਦੀ ਫੇਥ ਨੇ ਉਹਨਾਂ ਨੂੰ ਚੰਗਾ ਕੀਤਾ। They were healed by the time they got to the priest. They were all cleansed by the time they got to the priest. So ਪਰਮੇਸ਼ਰ ਆਪਾਂ ਨੂੰ ਵੀ ਅੱਜ ਇਹੀ ਕਹਿੰਦਾ, just obey, just listen to his voice। ਉਹਦੀ ਆਵਾਜ਼ ਸੁਣੋ, ਉਹਦੀ ਗੱਲ ਮੰਨੋ, ਉਹਦਾ ਵਚਨ, ਪਰਮੇਸ਼ਰ ਵਚਨਾਂ ਦੇ ਥਾਈਂ ਦੀ ਆਪਾਂ ਨੂੰ ਬੋਲਦਾ ਆ। ਇੱਕ ਦਿਨ ਵੀ ਸਕਿਪ ਨਾ ਕਰੋ ਜੇ ਪੋਸੀਬਲ ਆ ਕਿ ਤੁਸੀਂ ਕੋਈ ਨਾ ਕੋਈ ਵਚਨ ਨਾ ਪੜੋ। ਇੱਕ ਵਰਸ, 2 ਵਰਸ, 1 ਚੈਪਟਰ, 2 ਚੈਪਟਰ, ਜੋ ਵੀ ਪਰਮੇਸ਼ਰ ਤੁਹਾਡੇ ਦਿਲ 'ਚ ਪਾਉਂਦਾ ਆ, ਐਵਰੀ ਸਿੰਗਲ ਡੇ ਯੂ ਹੈਵ ਟੂ ਰੀਡ ਦ ਵਰਡ ਆਫ ਗॉड, ਓਬੇ ਹਿਮ, ਓਬੇ ਹਿਸ ਵੋਇਸ। ਆਪਾਂ ਕੀ ਕਰਦੇ ਆ ਹੁਣ? ਆਪਾਂ ਜੇ ਹੁੰਦੇ ਉਹਨਾਂ ਕੋੜੀਆਂ ਦੇ ਥਾਂ ਤੇ, ਜੇ ਆਪਾਂ ਉਹਨਾਂ ਕੋੜੀਆਂ ਦੇ ਥਾਂ ਤੇ ਹੁੰਦੇ ਤਾਂ ਆਪਾਂ ਕਹਿੰਦੇ ਨਹੀਂ, ਹਜੇ ਤਾਂ ਅਸੀਂ ਜਾ ਨਹੀਂ ਸਕਦੇ ਉੱਥੇ ਪਰਮੇਸ਼ਰ, ਕਿਉਂਕਿ
ਵਿੱਚ ਵਚਨ 'ਚ ਤਾਂ ਲਿਖਿਆ ਆ ਕਿ ਜਦੋਂ ਅਸੀਂ ਚੰਗੇ ਹੋ ਜਾਾਂਗੇ ਅਸੀਂ ਉਦੋਂ ਜਾਣਾ ਉੱਥੇ। ਆਪਾਂ ਨੂੰ ਆਪਣੀ ਕਿੰਤੂ ਪਰੰਤੂ ਮਾਰ ਲੈਂਦੀ ਆ, ਆਪਣੀ ਕਿੰਤੂ ਪਰੰਤੂ ਆਪਾਂ ਨੂੰ ਮਾਰ ਲੈਂਦੀ ਆ। ਨੇਚਾ ਕੀ ਚੀਜ਼ ਆ? ਨੇਚਾ ਉਹ ਚੀਜ਼ ਆ ਜਿਹੜੀ ਆਪਾਂ ਨੂੰ ਦਿਸਦੀ ਨਹੀਂਗੀ ਪਰ ਆਪਾਂ ਵਿਸ਼ਵਾਸ ਕਰਦੇ ਆ। ਆਪਾਂ ਨੇਚਾ 'ਚ ਚੱਲੀਏ, ਪਰਮੇਸ਼ਵਰ ਦੀ ਬਰਕਤ ਹੋਊਗੀ। ਨੇਚਾ ਦੇ ਵਿੱਚ ਆਪਾਂ ਜਾਈਏ ਕਿ ਨੇਚਾ 'ਚ ਪਰਮੇਸ਼ਵਰ ਮੈਂ ਰਿਸੀਵ ਕਰਦਾ ਹਾਂ ਉਸ ਬਰਕਤ ਨੂੰ ਜਿਹੜੀ ਤੂੰ ਮੈਨੂੰ ਘੱਲੀ ਆ। ਮੈਂ ਰਿਸੀਵ ਕਰਦਾ ਹਾਂ ਕਿ ਹਜੇ ਮੈਨੂੰ ਨਹੀਂ ਦਿਸ ਰਹੀ ਪਰ ਮੈਨੂੰ ਦਿਸੂਗੀ ਕਿਉਂਕਿ ਮੈਂ ਤੇਰੀ ਆਵਾਜ਼ ਸੁਣ ਕੇ ਉਧਰ ਨੂੰ ਤੁਰ ਪਿਆ ਆ। ਮੈਂ ਹਾਲੇਲੂਇਆ। ਆਪਾਂ ਕਹਿ ਦਈਏ ਪਰਮੇਸ਼ਵਰ ਨੂੰ, ਕਹਿ ਦਈਏ ਜੋ ਵੀ ਕੋਈ ਪ੍ਰੇਅਰ ਇਸ ਵੇਲੇ ਤੁਹਾਡੇ ਦਿਲ ਦੇ ਵਿੱਚ ਚੱਲ ਰਹੀ ਆ, ਕਹੀਏ ਪਰਮੇਸ਼ਵਰ ਨੇਚਾ ਦੇ ਵਿੱਚ ਮੈਂ ਵਿਸ਼ਵਾਸ ਕਰਦਾ ਹਾਂ, ਮੈਂ ਬਲੀਵ ਕਰਦਾ ਹਾਂ, ਮੈਂ ਰਿਸੀਵ ਕਰਦਾ ਆ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਹਾਲੇਲੂਇਆ। ਉਸ ਤੋਂ ਅੱਗੇ ਆਪਾਂ ਅਗਲੀ ਵਰਸ ਦੇਖਦੇ ਹੈਗੇ ਆ। ਉਹ ਕਹਿੰਦਾ ਆ one of them when he saw he was healed came back praised God in a loud voice। ਇੱਕ ਉਹਨਾਂ ਚੋਂ ਜਿਹੜਾ ਸੀਗਾ ਉਹ ਜਿਹੜਾ ਚੰਗਾ ਹੋਇਆ ਤੇ ਉਹਨੇ ਉੱਚੀ ਆਵਾਜ਼ ਦੇ ਵਿੱਚ ਪਰਮੇਸ਼ਵਰ ਕੋਲੇ ਆਇਆ ਤੇ ਪਰਮੇਸ਼ਵਰ ਨੂੰ ਧੰਨਵਾਦ ਕਰਨ ਲੱਗਿਆ। ਕਈ ਵਾਰੀ ਆਪਾਂ ਨੂੰ ਬਹੁਤ ਵਾਰੀ ਆਪਾਂ ਨੂੰ ਚੰਗਿਆਈਆਂ ਮਿਲਦੀਆਂ ਨੇ ਬਟ ਵੀ ਟੇਕ them for granted। ਆਪਾਂ ਐਵੇਂ ਲੈ ਲੈਂਦੇ ਹਾਂ ਇਹ ਤਾਂ ਹੋਣਾ ਹੀ ਸੀ, ਚਲੋ ਇਹ ਤਾਂ ਵਧੀਆ ਹੀ ਆ, ਇਹ ਤਾਂ ਚੰਗਾ ਹੋਣਾ ਹੀ ਸੀਗਾ ਮੇਰੇ ਨਾਲ, ਵੀ ਇਹ ਤਾਂ ਮਤਲਬ ਵੀ obvious ਆ। nothing is obvious, nothing is obvious, everything whatever is happening in our life it's because God has determined it like that। ਜੋ ਵੀ ਕੁਝ ਆਪਣੀ ਜ਼ਿੰਦਗੀ 'ਚ ਹੋ ਰਿਹਾ ਕਿਉਂਕਿ ਪਰਮੇਸ਼ਵਰ ਨੇ ਹੀ ਕਿਹਾ ਆ ਕਿ ਉਹ ਉਵੇਂ ਹੋਣਾ ਆ। ਉਹ ਲੈਟਸ ਨਾਟ ਟੇਕ them for granted। ਪਰਮੇਸ਼ਵਰ ਦੀਆਂ ਜਿਹੜੀਆਂ ਬਰਕਤਾਂ ਨੇ ਉਹਨਾਂ ਨੂੰ ਲੈਟਸ ਨਾਟ ਟੇਕ them for granted। ਐਵਰੀ ਡੇ ਜਿਹੜਾ ਆਪਾਂ ਨੂੰ ਕਈ ਵਾਰੀ ਅਹਿਸਾਸ ਵੀ ਨਹੀਂ ਹੁੰਦਾ ਕਿ ਜਿਹੜੇ ਸਾਹ ਆਪਾਂ ਲੈਂਦੇ ਆ, ਆਪਾਂ ਇੰਨੀ ਸੌਖੀ ਤਰ੍ਹਾਂ ਸਾਹ ਲੈ ਲਿਆ, ਸਾਹ ਆਇਆ ਸਾਹ ਗਿਆ, ਸਾਹ ਆਇਆ ਸਾਹ ਗਿਆ, ਇੰਨੀ ਸੌਖੀ ਤਰ੍ਹਾਂ। ਇਹ ਸਾਹ ਪਰਮੇਸ਼ਵਰ ਨੇ ਦਿੱਤੇ ਨੇ ਆਪਾਂ ਨੂੰ। ਇੱਕ ਸਾਹ ਜਿਹੜਾ ਹੈਗਾ ਆ ਇਹ ਆਪਾਂ ਨੂੰ ਪਰਮੇਸ਼ਵਰ ਨੇ ਦਿੱਤਾ ਆ। ਆਪਾਂ ਸਾਹ ਲੈਣ ਤੋਂ ਪਹਿਲਾਂ ਸੋਚਦੇ ਵੀ ਨਹੀਂਗੇ। ਆਪਾਂ ਨਹੀਂ ਸੋਚਦੇ ਉਸ ਭਾਈ ਵਾਂਗੂ ਕਿ ਆਪਾਂ ਜਾਈਏ ਪਰਮੇਸ਼ਵਰ ਨੂੰ ਹਰ ਸਾਹ ਦੇ ਵਿੱਚ ਧੰਨਵਾਦ ਕਰੀਏ। ਆਪਾਂ ਕਹਿੰਦੇ ਦਿਸ ਇਜ਼ ਟੂ ਮਚ ਲੋਰਡ। ਆਪਾਂ ਕਿੱਦਾਂ ਇੱਕ ਸਾਹ 'ਚ ਧੰਨਵਾਦ ਕਰ ਸਕਦੇ ਹਾਂ? ਉਹ ਵੀ ਤਾਂ ਆਪਾਂ ਨੂੰ ਇੱਕ ਸਾਹ ਦੇ ਹੀ ਰਿਹਾ ਕਿ ਨਹੀਂ, ਹੈ ਨਾ? ਇੱਕ ਸਾਹ ਦਾ ਧੰਨਵਾਦ ਕਰੀਏ ਕਿਉਂਕਿ ਉਹ ਜੋ ਕਰ ਰਿਹਾ ਹੈ ਆਪਾਂ ਵੀ ਨਾਲ ਦੀ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲੀਏ ਉਹਦੇ। ਮੈਨ ਹਾਲੇਲੂਇਆ। ਵੱਡੀਆਂ ਗਵਾਹੀਆਂ ਦੀ ਵੇਟ ਨਾ ਕਰੀਏ, ਵੱਡੀਆਂ ਗਵਾਹੀਆਂ ਦੀ ਵੇਟ ਨਾ ਕਰੀਏ ਕਿ ਆਪਾਂ ਵੱਡੀਆਂ ਗਵਾਹੀਆਂ ਬਣਨ ਤਾਂ ਆਪਾਂ ਆ ਕੇ ਟੈਸਟਮਨੀ ਦਈਏ। ਇਹ ਵੀ ਇੱਕ ਗਵਾਹੀ ਆ, ਇਹ ਸਭ ਤੋਂ ਵੱਡੀ ਗਵਾਹੀ ਹੈ। ਜੇ ਅਗਲਾ ਸਾਹ ਹੀ ਨਹੀਂ ਆਇਆ ਤਾਂ ਕੀ ਕਰਾਂਗੇ? ਮੈਂ ਹਾਲੇਲੂਇਆ। ਜਿੱਦਾਂ ਗੀਤ ਆਪਾਂ ਗਾਉਂਦੇ ਹੁੰਦੇ ਆ, ਮੈਂ ਸਾਹ ਵੀ ਲੈਂਦਾ ਨਾ ਜੇ ਤੇਰੀ ਦਇਆ ਨਾ ਹੁੰਦੀ। ਆਮੇਨ ਹਾਲੇਲੂਇਆ। ਜਦੋਂ ਮੈਂ ਵਚਨ ਰੈਡੀ ਕਰ ਰਹੀ ਸੀ ਮੈਨੂੰ ਨਾ ਇਸ ਲਾਈਨ ਦਾ ਮਤਲਬ ਜਿਹਾ ਇੱਕਦਮ ਸਮਝ ਆਇਆ। ਆਪਾਂ ਗਾ ਦਿੰਦੇ ਆ, ਉਹੀ ਗਾ ਦਿੰਦੇ ਆ, ਮੈਂ ਸਾਹ ਵੀ ਲੈਂਦਾ ਨਾ ਜੇ ਤੇਰੀ ਦਇਆ ਨਾ ਹੁੰਦੀ। ਸੋਚ ਕੇ ਦੇਖੋ, ਵਾਓ, ਮੈਂ ਸਾਹ ਵੀ ਨਾ ਲੈਂਦਾ ਇੱਕ ਵੀ ਜੇ ਪਰਮੇਸ਼ਵਰ ਤੇਰੀ ਦਇਆ ਤੇ ਮਿਹਰ ਤੇ ਕਿਰਪਾ ਨਾ ਹੁੰਦੀ ਮੇਰੇ ਤੇ। ਆਮੇਨ ਹਾਲੇਲੂਇਆ ਹਾਲੇਲੂਇਆ। ਆਪਣੀਆਂ ਫੈਮਲੀਜ਼ ਨੇ, ਦੋਸਤ ਨੇ, ਮਿੱਤਰ ਨੇ, ਦੁੱਖ ਹੁੰਦਾ ਆ ਕਈ ਵਾਰੀ ਜਦੋਂ ਉਹਨਾਂ ਨੂੰ ਜ਼ਰੂਰਤ ਆ ਉਦੋਂ ਉਹ ਕਹਿ ਦਿੰਦੇ ਨੇ ਵੀ ਸਾਡੇ ਲਈ ਦੁਆ ਕਰੋ, ਬਿਮਾਰੀ ਆ ਗਈ, ਸਾਡੇ ਲਈ ਦੁਆ ਕਰੋ, ਕੋਈ ਸਿਚੁਏਸ਼ਨ ਆ ਗਈ। ਉਦੋਂ ਉਹਨਾਂ ਨੂੰ ਪਤਾ ਹੈ ਕਿ ਆਪਾਂ ਦੁਆਵਾਂ ਕਰਦੇ ਹਾਂ, ਉਦੋਂ ਉਹ ਆਪਣੇ ਕੋਲੇ ਭੱਜੇ ਆਉਂਦੇ ਨੇ ਤੇ ਉਹ ਕਹਿੰਦੇ ਨੇ ਹਾਂ ਦੁਆ ਕਰੋ, ਸਾਡੇ ਲਈ ਦੁਆ ਕਰੋ। ਜਿੱਦਾਂ ਉਹ ਜਿਹੜੇ 9 ਸੀਗੇ, ਜਿਹੜੇ 9 ਲੋਕ ਸੀਗੇ ਉਹਨਾਂ ਨਾਲ ਵਿਆਹੀ ਹੋਇਆ ਸੀ, ਉਹਨਾਂ ਨੇ ਹਾਕ ਮਾਰੀ ਪਰਮੇਸ਼ਵਰ ਨੂੰ, ਪਰਮੇਸ਼ਵਰ ਮਿਹਰ ਕਰ, ਕਿਰਪਾ ਕਰ, ਚੰਗਾ ਕਰ। ਚਲੇ ਗਏ, ਠੀਕ ਹੋ ਗਏ, ਮੁੜ ਕੇ ਨਹੀਂ ਆਏ ਧੰਨਵਾਦ ਕਰਨ ਦੇ ਲਈ, ਹੈ ਨਾ? ਤੇ ਆਪਣੇ ਦੋਸਤ ਮਿੱਤਰ ਵੀ ਕਈ ਵਾਰੀ ਇਦਾਂ ਕਰਦੇ ਨੇ, ਆਪਣੀ ਫੈਮਲੀਜ਼, ਆਪਣੇ ਰਿਸ਼ਤੇਦਾਰ, ਇਹ ਵੀ ਜਦੋਂ ਬਿਮਾਰੀ ਆ ਉਦੋਂ ਕਹਿੰਦੇ ਨੇ ਦੁਆ ਕਰੋ, ਪਲੀਜ਼ ਦੁਆ ਕਰੋ ਤੁਸੀਂ ਮੈਨੂੰ ਆਹ। ਪਰ ਜਦੋਂ ਪਰਮੇਸ਼ਵਰ ਨੇ ਕਈ ਵਾਰੀ ਲੋਕ ਆਉਂਦੇ ਵੀ ਨੇ, ਕਈ ਵਾਰੀ ਲੋਕ ਉਹਨਾਂ ਦੇ ਵਿਵਾਹਿਤ ਜੀਵਨ ਨੂੰ ਠੀਕ ਕਰ ਦਿੰਦਾ ਆ। ਕਈ ਵਾਰੀ ਫਾਈਨੈਂਸਿਸ ਦੇ ਵਿੱਚ ਲੋੜ ਹੁੰਦੀ ਆ, ਪੈਸੇ ਧੇਲੇ, ਬੱਚੇ ਬਿਮਾਰ ਹੁੰਦੇ ਨੇ ਜਾਂ ਆਪ ਬਿਮਾਰ ਹੁੰਦੇ ਨੇ। ਪਰਮੇਸ਼ਵਰ ਜਦੋਂ ਉਹਨਾਂ ਨੂੰ ਠੀਕ ਠੂਕ ਕਰ ਦਿੰਦਾ ਆ, ਉਸ ਤੋਂ ਬਾਅਦ ਕੀ ਹੁੰਦਾ ਆ? ਜਦੋਂ ਚੰਗੇ ਹੋ ਗਏ, ਸਾਰਾ ਕੁਝ ਹੋ ਗਿਆ, ਫਿਰ ਉਹ ਚਰਚ ਨਹੀਂ ਆਉਂਦੇ ਹੈ। ਫਿਰ ਕਹਿੰਦੇ ਨੇ ਬਹੁਤ ਬਿਜ਼ੀ ਆ, ਮੈਂ ਤਾਂ ਆ ਨਹੀਂ ਸਕਦਾ। ਜਦੋਂ ਬਿਮਾਰ ਸੀ ਉਦੋਂ ਵੀ ਬਿਜ਼ੀ ਸੀ, ਆਏ ਨਾ, ਜਦੋਂ ਜ਼ਰੂਰਤ ਸੀਗੀ ਉਦੋਂ ਆਏ ਨਾ। ਹੁਣ ਵੀ ਆ ਸਕਦੇ ਨੇ, ਜੇ ਚਾਹੁਣ ਤਾਂ ਆ ਸਕਦੇ ਨੇ। ਦੁਆ ਕਰੀਏ, ਪਰਮੇਸ਼ਰ ਖੋਲ ਉਹਨਾਂ ਦੀ ਬੁੱਧੀ, ਖੋਲ ਉਹਨਾਂ ਦੀ ਸਮਝ, ਖੋਲ। ਬਿਮਾਰੀਆਂ ਤਾਂ ਥੋੜੇ ਸਾਲਾਂ ਲਈ ਹੋਈ ਚੰਗੀਆਂ ਹੋਈਆਂ ਨੇ, ਪਰ ਜਦੋਂ ਇਸ ਦੁਨੀਆ ਨੂੰ ਛੱਡ ਕੇ ਚਲੇ ਜਾਣਾ ਆ ਉਦੋਂ ਕਿੱਥੇ ਜਾਣਾ ਆ? ਨਰਕ ਹੈ ਇੱਕ ਚੀਜ਼, ਇਹ ਸਿਰਫ ਵਹਿਮ ਨਹੀਂਗਾ। there is hell,
ਮੈਨ ਇਹ ਉਹਨਾਂ ਨੂੰ ਪਰਮੇਸ਼ਰ ਬੁੱਧੀ ਦੇਵੇ ਕਿ ਉਹਨਾਂ ਨੂੰ ਸਮਝ ਲੱਗੇ ਕਿ ਅਸੀਂ ਨਰਕ ਦੇ ਵਿੱਚ ਨਹੀਂ ਚੱਲਣਾ ਚਾਹੁੰਦੇ। ਪਰਮੇਸ਼ਰ ਕਿਰਪਾ ਕਰ, ਮਿਹਰ ਕਰ। ਆਪਾਂ ਸਾਰੇ ਮਿਲ ਕੇ ਇੱਕ ਦੂਜੇ ਦੇ ਲਈ ਵੀ ਦੁਆ ਕਰੀਏ ਕਿ ਸਾਡੇ ਪਰਿਵਾਰ ਵਾਲੇ, ਸਾਡੇ ਰਿਸ਼ਤੇਦਾਰ ਸਾਰੇ ਪਰਮੇਸ਼ਰ ਦੇ ਵਿੱਚ ਆ ਜਾਣ ਪੂਰੀ ਤਰ੍ਹਾਂ ਦੇ ਨਾਲ। ਪਰਮੇਸ਼ਰ ਹੀ ਕਰ ਸਕਦਾ ਆ। ਤੇ ਆ ਵੀ ਦੁਆ ਕਰੀਏ ਕਿ ਪਰਮੇਸ਼ਰ ਉਦੋਂ ਨਾ ਆਉਣ ਜਦੋਂ ਐਨ ਟੂ ਲੇਟ ਮੰਗੂ ਹੋ ਜਾਵੇ ਕਿ ਕੋਈ 6 ਵਜੇ ਜ਼ੋਰ ਦੀ ਤਾਂ ਆਉਣ। ਪਰਮੇਸ਼ਰ ਚੰਗੇ ਭਲੇ ਹੀ ਆ ਜਾਣ। ਮੈਨ ਇਹੀ ਆਪਾਂ ਦੁਆ ਕਰੀਏ ਪਰਮੇਸ਼ਰ ਦੇ ਅੱਗੇ। ਉਸ ਤੋਂ ਅੱਗੇ 16ਵਾਂ ਵਰਸ ਕਹਿੰਦਾ ਆ ਹੀ ਜਿਹੜਾ ਬੰਦਾ ਸੀਗਾ ਉਹ ਮੁੜ ਕੇ ਆਇਆ ਤੇ he threw himself at Jesus' feet and thanked him and he was a Samaritan। ਉਹ ਆਇਆ ਤੇ ਆ ਕੇ ਉਹਨੇ ਆਪਣਾ ਆਪ ਪਰਮੇਸ਼ਰ ਦੇ ਪੈਰਾਂ 'ਚ ਲੰਮਾ ਪੈ ਗਿਆ। ਪਰਮੇਸ਼ਰ ਤੇਰਾ ਧੰਨਵਾਦ, ਤੇਰਾ ਧੰਨਵਾਦ। ਉਹ ਹਜੇ ਜਾ ਹੀ ਰਿਹਾ ਸੀਗਾ ਜਦੋਂ ਪੁਰੋਹਿਤਾਂ ਵੱਲ ਤੇ ਉਹਨੇ ਇੱਕਦਮ ਦੇਖਿਆ ਕਿ ਉਹਦਾ ਸਰੀਰ ਚੰਗਾ ਹੋ ਗਿਆ। ਉਹਨੂੰ ਮਤਲਬ ਵੀ ਉਹ ਫੁੱਲਿਆ ਨਾ ਸਮਾਇਆ, ਇੰਨੀ ਖੁਸ਼ੀ ਦੇ ਨਾਲ ਉਹ ਭੱਜਿਆ ਆਇਆ, ਪਰਮੇਸ਼ਰ ਦੇ ਪੈਰੀ ਪੈ ਗਿਆ, ਧੰਨਵਾਦ ਦੇਣ ਦੇ ਲਈ ਪਰਮੇਸ਼ਰ ਦੇ ਪੈਰੀ ਪੈ ਗਿਆ। ਹਾਲੇਲੂਇਆ। ਤੇ ਉਹ ਉਹਨਾਂ 9ਵਾਂ ਵਰਗਾ ਨਹੀਂ ਸੀਗਾ ਜਿਹੜੇ ਚਲੇ ਗਏ ਤੇ ਮੁੜ ਕੇ ਨਹੀਂ ਆਏ। ਆਮੇਨ। ਤੇ ਆਪਾਂ ਵਿਸ਼ਵਾਸ ਕਰਦੇ ਹਾਂ ਕਿ ਆਪਾਂ ਵੀ ਉਹਨਾਂ 9 ਚੋਂ ਨਹੀਂ ਗਏ। ਆਮੇਨ। ਜੇ ਅੱਜ ਆਪਾਂ ਇੱਥੇ ਬੈਠੇ ਹਾਂ, ਨਾਲ ਦੇ ਨੂੰ ਕਹਿ ਦਈਏ ਸ਼ੁਕਰ ਹੈ ਪਰਮੇਸ਼ਰ ਦਾ ਕਿ ਆਪਾਂ ਉਹਨਾਂ 9 ਚੋਂ ਨਹੀਂ ਗਏ। ਨਾਲ ਦੇ ਨੂੰ ਕਹਿ ਦਈਏ ਸ਼ੁਕਰ ਹੈ ਪਰਮੇਸ਼ਰ ਦਾ ਕਿ ਆਪਾਂ ਉਹਨਾਂ 9 ਚੋਂ ਨਹੀਂ ਗਏ। ਅਸੀਂ ਉਸ ਇੱਕ ਚੋਂ ਆ ਜਿਹੜਾ ਮੁੜ ਕੇ ਆਇਆ ਪਰਮੇਸ਼ਰ ਦਾ ਧੰਨਵਾਦ ਕਰਨ ਦੇ ਲਈ। ਆਮੇਨ। ਹਾਲੇਲੂਇਆ। 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 ਤੇ ਅੱਗੇ ਆ ਵੀ ਲਿਖਿਆ ਹੈ ਕਿ ਜਿਹੜਾ ਮੁੜ ਕੇ ਆਇਆ ਉਹ ਸਮੈਰੀਟਨ ਸੀਗਾ। ਖਾਸ ਮੈਂਸ਼ਨ ਕੀਤਾ ਆ ਉਹ ਜੈਂਟਾਈਲਸ ਸੀਗਾ। ਉਹ ਜਿੱਦਾਂ ਕਹਿ ਲਓ ਵੀ ਅਨਿਆ ਜਾਤੀ ਚੋਂ ਸੀਗਾ। ਉਹ ਜੂਇਸ਼ ਯਹੂਦੀ ਨਹੀਂ ਸੀਗਾ। ਉਹ ਸ਼ਾਇਦ ਇਹਦਾ ਮਤਲਬ ਆ ਵੀ ਜਿਹੜੇ ਬਾਕੀ ਦੇ 9 ਸੀਗੇ ਉਹ ਯਹੂਦੀ ਸੀਗੇ। ਕਈ ਵਾਰੀ ਜਦੋਂ ਲੋਕਾਂ ਨੂੰ ਮਿਲ ਜਾਂਦਾ ਨਾ, ਕਈ ਵਾਰੀ ਇੱਦਾਂ ਹੁੰਦਾ ਜਿਹੜੇ ਲੋਕ ਮਸੀਹ ਦੇ ਵਿੱਚ ਜੰਮੇ ਪਲੇ ਹੁੰਦੇ ਨੇ, the people who are born in Christ, sometimes they feel that yeah that's okay, you know, ਠੀਕ ਆ, ਕੋਈ ਨਹੀਂ, ਪਰਮੇਸ਼ਵਰ ਨੇ ਤਾਂ ਕਰਨਾ ਹੀ ਸੀ ਕੰਮ। ਪਰ ਜਿਹੜੇ ਆਪਾਂ ਬਚਾਏ ਗਏ ਆ, ਜਿਹੜੇ ਆਪਾਂ ਆਪਣੀ ਬਿਮਾਰੀਆਂ, ਆਪਣੀ ਉਹ ਜ਼ਿੰਦਗੀ ਦੇਖੀ ਆ, ਜਾਦੂ ਟੋਣਿਆਂ ਤੱਕ ਦੀ ਜ਼ਿੰਦਗੀ ਆਪਾਂ ਦੇਖੀ ਆ, ਹੈ ਨਾ, ਜਦੋਂ ਉਹਦੇ ਚੋਂ ਨਿਕਲ ਕੇ ਆਉਂਦੇ ਆ ਆਪਾਂ, ਉਦੋਂ ਆਪਾਂ ਨੂੰ ਅਹਿਸਾਸ ਹੁੰਦਾ ਆ ਕਿ ਹਾਏ ਮੈਨੂੰ ਪਰਮੇਸ਼ਰ ਨੇ ਬਚਾਇਆ, ਮੈਂ ਜਾ ਕੇ ਧੰਨਵਾਦ ਕਰਾਂ। ਇਹ ਜਿਹੜਾ ਸਮੈਰੀਟਨ ਸੀਗਾ ਇਹ ਉਹੀ ਬੰਦਾ ਸੀਗਾ ਜਿਹੜਾ ਪਹਿਲਾਂ ਨਹੀਂ ਸੀਗਾ ਪਰਮੇਸ਼ਰ ਨੂੰ ਜਾਣਦਾ, ਪਰ ਜਦੋਂ ਪਰਮੇਸ਼ਰ ਨੂੰ ਉਹ ਜਾਣਿਆ, ਭੱਜ ਕੇ ਆਇਆ। ਉਹ ਪੈਦਾ ਨਹੀਂ ਸੀ ਹੋਇਆ ਕ੍ਰਿਸਚੀਅਨਿਟੀ ਦੇ ਵਿੱਚ ਕਹਿ ਲਓ, ਹੈ ਨਾ, ਉਹਦੇ ਤੇ ਮਿਹਰ ਕਿਰਪਾ ਹੋਈ, ਪਰਮੇਸ਼ਰ ਨੇ ਦਿਲ ਬਦਲਿਆ ਤੇ ਉਹ ਮੁੜ ਕੇ ਆਇਆ ਪਰਮੇਸ਼ਰ ਦਾ ਧੰਨਵਾਦ ਕਰਨ ਦੇ ਲਈ। ਹਾਲੇਲੂਇਆ। ਜਿੱਦਾਂ ਜੌਨ ਦੇ ਵਿੱਚ ਲਿਖਿਆ ਆ, ਛੋਟੀ ਜਿਹੀ ਵਰਸ ਆਪਾਂ ਪੜ੍ਹ ਲੈਂਦੇ ਹਾਂ। ਯੋਹੰਨਾ ਦਾ ਪਹਿਲਾ, ਜੌਨ ਚੈਪਟਰ 1 ਵਰਸਿਸ 11 and 12। ਹਾਂਜੀ, ਜੌਨ ਚੈਪਟਰ 1 ਵਰਸਿਸ 11 and 12। ਉਹ ਆਪਣੇ ਘਰ ਆਇਆ ਪਰ ਉਸਦੇ ਆਪਣੇ ਲੋਕਾਂ ਨੇ ਵੀ ਉਸ ਨੂੰ ਸਵੀਕਾਰ ਨਾ ਕੀਤਾ ਅਤੇ ਉਸ ਉੱਤੇ ਵਿਸ਼ਵਾਸ ਨਾ ਕੀਤਾ। ਪਰ ਜਿਨ੍ਹਾਂ ਨੇ ਉਸ ਨੂੰ ਸਵੀਕਾਰ ਕੀਤਾ, ਉਸ ਉੱਤੇ ਵਿਸ਼ਵਾਸ ਕੀਤਾ, ਉਹਨਾਂ ਨੂੰ ਉਸਨੇ ਪਰਮੇਸ਼ਰ ਦੀ ਸੰਤਾਨ ਹੋਣ ਦਾ ਅਧਿਕਾਰ ਦਿੱਤਾ। ਹਾਲੇਲੂਇਆ। ਇਹ ਆਪਾਂ ਆ। ਆਮੇਨ। ਹਾਲੇਲੂਇਆ। these are us। ਜਿਨ੍ਹਾਂ ਦੇ ਲਈ ਆਇਆ ਉਹ 9 ਦੇ ਲਈ ਆਇਆ ਸੀ, ਉਹਨਾਂ ਨੇ ਨਹੀਂ ਧੰਨਵਾਦ ਕਰਨ ਨੂੰ ਮੁੜੇ। ਪਰ ਇੱਕ ਜਿਹੜਾ ਜਿਹਦੇ ਲਈ ਨਹੀਂ ਸੀ ਆਏ, ਜਿਹਦੇ ਆਪਾਂ ਮੁੜ ਕੇ ਆਏ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਪਰਮੇਸ਼ਵਰ ਦਾ ਧੰਨਵਾਦ ਕਰਨ ਦੇ ਲਈ। ਆਮੇਨ। ਹਾਲੇਲੂਇਆ। ਫਿਰ ਉਹੀ ਕੁਐਸਚਨ ਪਰਮੇਸ਼ਰ ਪੁੱਛਦਾ ਆ, ਕਿਤਨੇ ਆਦਮੀ ਥੇ, ਹੈ ਨਾ, ਇਹ ਯਾਦ ਹੈ ਕਿਸੇ ਨੂੰ? ਕਿਤਨੇ ਆਦਮੀ ਥੇ? ਹਾਂ, ਇਹ ਪਾਸਟਰ ਜੀ ਦਾ ਡਾਇਲੋਗ ਆ। ਕਿਤਨੇ ਆਦਮੀ ਥੇ? ਫਿਰ 17 ਵਰਸ ਦੇ ਵਿੱਚ ਲਿਖਿਆ ਆ, ਜੀਸਸ ਆਸਕਡ, were not all 10 cleansed? Where are the other 9? Has no one returned to give praise to God except this foreigner? ਕਿ 10 ਨਹੀਂ ਸੀ ਚੰਗੇ ਹੋਏ ਤੇ 10 ਚੋਂ ਸਿਰਫ ਇੱਕੋ ਹੀ ਆਹ ਜਿਹੜਾ ਅਨਿਆ ਜਾਤੀ ਵਾਲਾ ਆ, ਇਹ ਮੁੜ ਕੇ ਆਇਆ ਪਰਮੇਸ਼ਰ ਦਾ ਮੇਰਾ ਧੰਨਵਾਦ ਕਰਨ ਦੇ ਲਈ। ਲੋਕ ਇਦਾਂ ਕਰਦੇ ਨੇ, ਲੋਕਾਂ ਨੂੰ ਕੁਛ ਕਈ ਵਾਰੀ ਪਰਮੇਸ਼ਵਰ ਨੇ ਕੁਛ ਬਰਕਤ ਦਿੱਤੀ ਹੁੰਦੀ ਆ ਨਾ, ਉਹਨਾਂ ਦਾ ਧਿਆਨ ਨਹੀਂ ਹੁੰਦਾ ਵੀ ਹਾਂ ਕਿਹੜੀ ਚੀਜ਼ ਤੋਂ ਮੈਨੂੰ ਪਰਮੇਸ਼ਵਰ ਨੇ ਬਰਕਤ ਦਿੱਤੀ ਆ। ਜਿੱਦਾਂ ਇੱਕ ਬੰਦਾ ਸੀਗਾ, ਉਹ ਹਾਈਵੇ ਤੇ ਕਾਰ ਚਲਾ ਰਿਹਾ, ਬੜੀ ਤੇਜ਼ ਚਲਾ ਰਿਹਾ ਤੇ ਇੱਕਦਮ ਹੀ ਉਹ ਜਿਹੜਾ ਮੂਹਰਲੇ ਪਾਸੇ ਦਾ ਹਾਈਵੇ ਸੀਗਾ, ਉੱਥੋਂ ਇੱਕ ਕਾਰ ਜਿੱਦਾਂ ਕਹਿ ਲਓ ਵੀ ਵੱਜੀ ਕਿਤੇ, ਤੇ ਉਹ ਵੱਜੀ ਤਾਂ ਉਹ ਬੁੜਕਦੀ ਆਈ ਇਹਦੇ ਵੱਲ ਨੂੰ, ਤੇ ਇਹ ਬੰਦਾ ਤਾਂ ਬਿਲਕੁਲ ਘਬਰਾ ਗਿਆ, ਹੈ ਨਾ। ਇਹ ਬੰਦੇ ਨੇ ਸਟੀਅਰਿੰਗ ਵੀਲ ਫੜਿਆ ਟਾਈਟ,
ਸਟੀਅਰਿੰਗ ਵੀਲ ਫੜਿਆ ਤੇ ਅੱਖਾਂ ਨਹੀਂ ਕਰਤੀਆਂ ਬੰਦ, ਕਿਉਂਕਿ ਉਹ ਕਾਰ ਬੁੜਕਦੀ ਆ ਰਹੀ ਆ, ਬਸ ਆਈ ਤੇ ਆਈ। ਉਹ ਪਰਮੇਸ਼ਵਰ ਮਦਦ ਕਰ ਪਰਮੇਸ਼ਵਰ ਮਦਦ ਕਰ ਕਰਦਾ ਹੈ ਨਾ। ਤੇ ਜਦੋਂ ਆਏ ਕੀਤਾ ਇਹਨੇ ਤੇ ਕੁਝ ਹੋਇਆ ਹੀ ਨਹੀਂ, ਵੱਜੀ ਨਹੀਂ ਕੋਈ ਕਾਰ ਉਹਦੇ ਵਿੱਚ। ਤੇ ਉਹ ਇੱਕਦਮ ਹੀ ਜਦੋਂ ਇਹ ਅੱਖਾਂ ਖੋਲੀਆਂ ਤੇ ਉਹਦੀ ਤਾਂ ਕਾਰ ਠੀਕ ਠਾਕ ਆ, ਜਾ ਰਹੀ ਆ ਹੌਲੀ ਪਰ ਠੀਕ ਠਾਕ ਆ। ਤੇ ਉਹਨੇ ਜਦੋਂ ਰੀਅਰ ਮਿਰਰ ਜਿਹੜਾ ਸ਼ੀਸ਼ੇ ਦੇ ਵਿੱਚ ਆਪਾਂ ਪਿੱਛੇ ਦੇਖਦੇ ਆ, ਜਦੋਂ ਉਹਦੀ ਉੱਥੇ ਨਿਗਾਹ ਪਈ ਤੇ ਉਹ ਕਾਰ ਬੁੜਕ ਕੇ ਦੂਜੀ ਕਾਰ 'ਚ, ਦੂਜੀ ਤੀਜੀ 'ਚ, ਤੇ ਕਾਰਾਂ ਵੱਜ ਰਹੀਆਂ। ਉਹ ਮੈਟਲ ਜਿਹੜਾ ਲੋਹਾ ਕਾਰਾਂ ਦਾ ਉੱਡ ਰਿਹਾ ਆ ਤੇ ਉਹਨੂੰ ਦਿਸ ਰਿਹਾ ਆ ਪਿੱਛੇ ਸਾਰਾ ਕੁਝ ਹੁੰਦਾ। ਤੇ ਉਹਨੇ ਪਾਸੇ ਜੇ ਤੇ ਉਹਦਾ ਦਿਲ ਧੜਕ ਰਿਹਾ ਜ਼ੋਰ ਦੀ, ਨਰਵਸ ਹੋ ਰਿਹਾ। ਔਰ ਪਾਸੇ ਜੇ ਤੇ ਜਾ ਕੇ ਥੋੜਾ ਜਿਹਾ ਸਾਹ ਲੈਣ ਲਈ ਆਪਦੀ ਕਾਰ ਉੱਥੇ ਉਹਨੇ ਪਾਸੇ ਤੇ ਪਾਰਕ ਕੀਤੀ। ਤੇ ਜਦੋਂ ਉਹਨੇ ਪਾਰਕ ਕੀਤੀ ਤੇ ਫਿਰ ਜਦੋਂ ਝਾਕਿਆ ਤੇ ਉਹਨੇ ਕਿਹਾ, ਵਾਓ ਆਈ ਐਮ ਸੱਚ ਅ ਗੁੱਡ ਡਰਾਈਵਰ। ਕਹਿੰਦਾ ਹੈ ਉਹਨੇ ਪਰਮੇਸ਼ਵਰ ਦਾ ਧੰਨਵਾਦ ਨਹੀਂ ਕੀਤਾ, ਪਰਮੇਸ਼ਵਰ ਤੂੰ ਮੈਨੂੰ ਬਚਾ ਲਿਆ। ਉਦੋਂ ਬੜਾ ਧੰਨਵਾਦ ਅੱਖਾਂ ਮੀਚ ਕੇ, ਪਰਮੇਸ਼ਵਰ ਮਦਦ ਕਰ। ਜਦੋਂ ਪਰਮੇਸ਼ਵਰ ਨੇ ਮਦਦ ਕੀਤੀ ਤੇ ਉਹਦਾ ਸਾਰਾ ਕ੍ਰੈਡਿਟ ਆਪਣੇ ਉੱਤੇ ਲੈ ਲਿਆ। ਵਾਓ ਆਈ ਐਮ ਗ੍ਰੇਟ ਡਰਾਈਵਰ, ਮੈਂ ਤਾਂ ਕਿੰਨੀ ਸੋਹਣੀ ਕਾਰ ਹੈ, ਜਿੱਦਾਂ ਕਹਿ ਲਓ ਮੱਖਣ ਚੋਂ ਬਾਲ ਵਾਂਗੂ ਮੈਂ ਕੱਢ ਕੇ ਲਿਆਇਆ ਆਪਣੇ ਆਪ ਨੂੰ। ਇਦਾਂ ਦੇ ਲੋਕ ਹੈਗੇ ਨੇ ਹੈ ਵੀ ਆਪਾਂ ਜਿੱਦਾਂ ਕਹਿੰਦੇ ਹੁੰਦੇ ਆ ਅਹਿਸਾਨ ਫਰਾਮੋਸ਼, ਆਪਾਂ ਅਹਿਸਾਨ ਫਰਾਮੋਸ਼ ਨਾ ਬਣੀਏ ਹੈ। ਆਪਾਂ ਜੋ ਚੀਜ਼ ਵੀ ਆਪਣੀ ਜ਼ਿੰਦਗੀ 'ਚ ਹੁੰਦੀ ਆ ਉਹਦਾ ਧੰਨਵਾਦ ਦਈਏ ਆਪਾਂ ਪਰਮੇਸ਼ਵਰ ਨੂੰ। ਸੋਚੋ ਤੁਸੀਂ, ਜੇ ਉਹ ਐਕਸੀਡੈਂਟ ਹੋ ਜਾਂਦਾ ਤਾਂ ਉਹਨੇ ਕੀ ਕਰਨਾ ਸੀ? ਹਾਏ ਪਰਮੇਸ਼ਵਰ ਤੂੰ ਮੇਰੇ ਨਾਲ ਇਦਾਂ ਕਿਉਂ ਕੀਤਾ? ਜਦੋਂ ਚੰਗੇ ਵੇਲੇ ਬਰਕਤ ਮਿਲ ਗਈ ਉਹ ਤਾਂ ਆਪਣੇ ਸਿਰ ਲੈ ਲਈ, ਪਰ ਜੇ ਕੁਝ ਬੁਰਾ ਹੋ ਜਾਂਦਾ ਫਿਰ ਜੋ ਲੋਕ ਲੱਗਦੇ ਨੇ ਪਰਮੇਸ਼ਵਰ ਨੂੰ ਕੋਸਣ, ਹਾਏ ਪਰਮੇਸ਼ਵਰ ਤੂੰ ਕੀਤਾ, ਤੂੰ ਕਿਉਂ ਕਰਤਾ, ਤੂੰ ਕਿਉਂ ਨਹੀਂ ਮਿਹਰ ਕਰਦਾ, ਤੂੰ ਕਿਉਂ ਨਹੀਂ ਧਿਆਨ ਕਰਦਾ। ਪਰ ਜਦੋਂ ਚੰਗਾ ਹੁੰਦਾ ਆ ਉਦੋਂ ਵੀ ਆਪਾਂ ਪਰਮੇਸ਼ਵਰ ਦੇ ਅੱਗੇ ਹਰ ਚੀਜ਼ ਦੇ ਵਿੱਚ ਪਰਮੇਸ਼ਵਰ ਦਾ ਪਰਪਸ ਆ, ਪਰਮੇਸ਼ਵਰ ਨੂੰ ਪਤਾ ਆ ਉਹ ਕੀ ਕਰਦਾ, ਕਦੋਂ ਕਰਦਾ। ਬਸ ਆਪਾਂ ਆਪਣੀਆਂ ਅੱਖਾਂ ਉਹਦੇ ਤੇ ਲਾਈ ਰੱਖੀਏ ਤੇ ਉਹ ਇੱਕ ਸਮੈਰੀਟਨ ਵਾਂਗੂ ਮੁੜ ਕੇ ਆਈਏ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਉਹਦਾ ਧੰਨਵਾਦ ਕਰਨ ਦੇ ਲਈ। ਹਾਲੇਲੂਇਆ। ਆਪਾਂ ਚਾਹੁੰਦੇ ਆ ਕਿ ਪਰਮੇਸ਼ਵਰ ਆਪਾਂ ਨੂੰ 100% ਦੇਵੇ। ਆਪਾਂ ਚਾਹੁੰਦੇ ਆ ਕਿ ਪਰਮੇਸ਼ਵਰ ਆਪਾਂ ਨੂੰ 100% ਦੇਵੇ, ਸਾਨੂੰ ਬਰਕਤਾਂ ਦੇਵੇ ਪਰਮੇਸ਼ਵਰ, ਸਾਨੂੰ ਉਹ ਬਰਕਤਾਂ ਦੇਵੇ ਜਿਹੜੀਆਂ ਅਸੀਂ ਮੰਗਦੇ ਆ। ਸਾਡੀਆਂ ਸਾਰੀਆਂ ਦਿਲਾਂ ਦੀਆਂ ਮੁਰਾਦਾਂ ਵੀ ਪੂਰੀਆਂ ਕਰੇ ਪਰਮੇਸ਼ਵਰ, ਸਾਡੀਆਂ ਸਾਰੀਆਂ ਪ੍ਰੇਅਰਜ਼ਾਂ ਦੇ ਵੀ ਜਵਾਬ ਦੇਵੇ। 100% ਸਾਨੂੰ ਪਰਮੇਸ਼ਵਰ ਬਰਕਤ ਦੇਵੇ। ਪਰ ਕਈ ਵਾਰੀ ਆਪਾਂ 10% ਵੀ ਇਮਾਨਦਾਰੀ ਦੇ ਨਾਲ ਨਹੀਂ ਦੇ ਸਕਦੇ। ਹੁਣ ਜਦੋਂ 10% ਦੀ ਗੱਲ ਹੁੰਦੀ ਆ, ਪੈਸੇ ਦੀ ਗੱਲ ਹੁੰਦੀ ਆ, ਪਰ ਹਮੇਸ਼ਾ ਪੈਸੇ ਦੀ ਨਹੀਂ ਗੱਲ ਹੁੰਦੀ। ਆਪਾਂ ਪਰਮੇਸ਼ਵਰ ਨੂੰ ਆਪਣਾ 10ਵਾਂ ਦਿੰਦੇ ਆ, ਹਾਂ ਦਿੰਦੇ ਆ, ਇਮਾਨਦਾਰੀ ਦੇ ਨਾਲ ਦਈਏ। ਆਪਾਂ ਪਰਮੇਸ਼ਵਰ ਦੇ ਅੱਗੇ ਜਿੱਦਾਂ ਕਹ ਲਓ ਬਾਰਗਨਿੰਗ ਨਹੀਂ ਕਰ ਸਕਦੇ, ਉਹ ਨਹੀਂ ਬਾਰਗਨਿੰਗ ਕਰਦਾ। ਜੇ ਪਰਮੇਸ਼ਵਰ ਬਾਰਗਨਿੰਗ ਕਰਦਾ ਆਪਾਂ ਨੂੰ ਮਨਜ਼ੂਰ ਹੁੰਦਾ ਨਾ। ਆਪਾਂ ਨਹੀਂ ਚਾਹੁੰਦੇ ਕਿ ਪਰਮੇਸ਼ਵਰ ਬਾਰਗਨਿੰਗ ਕਰੇ ਸਾਡੇ ਨਾਲ, ਹਾਂ ਸਾਡੇ ਅੱਧੇ ਪਰਿਵਾਰ ਨੂੰ ਠੀਕ ਕਰ ਦੇ, ਸਾਡੇ ਅੱਧੇ ਪਰਿਵਾਰ ਨੂੰ ਚੱਲ ਰਹਿਣ ਦੇ ਨਾ। ਇਦਾਂ ਨਹੀਂ, ਆਪਾਂ ਚਾਹੁੰਦੇ ਹਾਂ 100% ਦੇਵੇ ਤਾਂ ਆਪਾਂ ਵੀ ਆਪਣਾ ਪੂਰਾ ਦਈਏ, ਜਿਹੜਾ ਕਿ ਆਪਣਾ 10% ਆ ਆਪਣਾ ਪੂਰਾ ਦਈਏ। ਹਾਂ ਹੁਣ ਇਹ 10% ਪੈਸੇ ਦੀ ਗੱਲ ਤੁਹਾਡੇ ਤੇ ਪਰਮੇਸ਼ਵਰ ਦੇ ਵਿੱਚ ਆ, ਪਰ ਜਿਹੜਾ 10% ਆ ਇਹ ਆਪਣੀ ਲਾਈਫ ਦਾ ਵੀ ਆ, ਆਪਣੀ ਜ਼ਿੰਦਗੀ ਦਾ ਵੀ ਆ। 24 ਘੰਟੇ ਦੇ ਵਿੱਚ 2.4 ਆਵਰਸ ਨੇ ਜਿਹੜੇ, ਆਲਮੋਸਟ 2.5 ਘੰਟੇ ਦਿਨ ਦੇ ਵਿੱਚ ਉਹ ਆਪਾਂ ਸਰਵਿਸ ਦੇ ਵਿੱਚ ਦੇਣੇ ਨੇ ਪਰਮੇਸ਼ਵਰ ਨੂੰ। ਉਹ ਆਪਣਾ 10ਵਾਂ ਆ। ਅੱਜ ਜਿਹੜੇ ਇੱਥੇ ਬੈਠੇ ਆ ਇਹ ਵੀ 10ਵੇਂ ਦਾ ਪਾਰਟ ਹੀ ਆ, ਜਿੱਦਾਂ ਲਾ ਲਓ ਹੈ ਨਾ, 10ਵੇਂ ਦਾ ਪਾਰਟ ਆ। ਪਰ ਜਿਹੜਾ 10ਵਾਂ ਆ ਉਹ ਸਰਵਿਸ ਆ। ਇੱਥੇ ਜੇ ਆਪਾਂ ਸਰਵਿਸ ਕਰ ਰਹੇ ਆ, ਲੱਗੇ ਹੋਏ ਆ ਪਰਮੇਸ਼ਵਰ ਦੇ ਵਿੱਚ ਕਰਨ, ਜਿਹੜੀਆਂ ਪ੍ਰੇਅਰਸ ਹੈਗੀਆਂ ਨੇ, ਬਾਈਬਲ ਰੀਡਿੰਗ ਆ, ਕਮਿਟਮੈਂਟ ਆ, ਇਵੈਂਜਲਿਜ਼ਮ ਆ, ਇਹ ਸਾਰਾ ਕੁਝ ਆਪਣਾ 10ਵਾਂ ਆ। ਉਸ ਤੋਂ 10ਵੇਂ ਤੋਂ ਇਲਾਵਾ ਵੀ ਆਪਾਂ 24 ਘੰਟੇ ਪਰਮੇਸ਼ਵਰ ਦੇ ਵਿੱਚ ਲੱਗੇ ਰਹਿਣਾ ਆ। 10ਵਾਂ ਦਿਨ ਜੋ ਕਿ ਤਾਂ ਹੀ ਹੋਵਾਂਗੇ ਜਿਹੜੇ ਬਾਕੀ ਦੇ ਘੰਟੇ ਨੇ ਉਹਦੇ 'ਚ ਆਪਾਂ ਤਿਆਰੀ ਕਰ ਰਹੇ ਆ। ਆਮੇਨ, ਹਾਲੇਲੂਇਆ, ਸਮਝ ਗਏ ਨਾ। ਤੇ ਆਪਣਾ 10ਵਾਂ ਇਮਾਨਦਾਰੀ ਦੇ ਨਾਲ ਦਈਏ, ਬਾਰਗਨਿੰਗ ਨਾ ਕਰੀਏ ਪਰਮੇਸ਼ਵਰ ਦੇ ਨਾਲ, ਕਿਉਂਕਿ ਆਪਾਂ ਨੂੰ ਮਨਜ਼ੂਰ ਨਹੀਂ ਹੋਊਗਾ ਕਿ ਉਹ ਵੀ ਆਪਣੇ ਨਾਲ ਬਾਰਗਨਿੰਗ ਕਰੇ। ਆਮੇਨ, ਹਾਲੇਲੂਇਆ। ਆਪਾਂ ਛੇਤੀ ਹੋਈ ਖਤਮ ਕਰਦੇ ਹੈਗੇ, ਥੋੜਾ ਜਿਹਾ ਲੇਟ ਮਿਲਿਆ ਸੀ ਕਰਕੇ ਫਿਰ ਥੋੜਾ ਜਿਹਾ ਲੰਬਾ ਹੋ ਗਿਆ। ਹਾਲੇਲੂਇਆ। ਇਸ ਤੋਂ ਬਾਅਦ ਆਪਾਂ ਧੰਨਵਾਦ ਦੀਆਂ ਜਿਹੜੀਆਂ ਭੇਟਾਂ ਨੇ ਉਹ ਪਰਮੇਸ਼ਵਰ ਦੇ ਅੱਗੇ ਚੜਾਉਂਦੇ ਜਾਈਏ। ਜਿਹੜੇ ਵੱਡੇ ਵੱਡੇ ਇਵੈਂਜਲਿਜ਼ਮ ਨੇ, ਜਿਹੜੇ ਵੱਡੇ ਵੱਡੇ ਲੋਕ ਆਪਾਂ ਸੁਣਦੇ ਆ, ਲੋਕ ਜਿਹੜੇ ਪ੍ਰਚਾਰਕ ਨੇ ਵੱਡੇ ਵੱਡੇ, ਉੱਥੇ ਪ੍ਰਚਾਰ ਆਏ ਕਿੰਨੇ ਲੋਕ ਆਉਂਦੇ ਨੇ, ਹਜ਼ਾਰਾਂ ਦੇ ਹਜ਼ਾਰ ਲੋਕ ਆਉਂਦੇ ਨੇ, ਹਜ਼ਾਰਾਂ ਦੇ ਹਜ਼ਾਰ ਲੋਕ ਆਉਂਦੇ ਨੇ। ਉਹ ਕਿਉਂ ਆਉਂਦੇ ਨੇ? ਕਿਉਂਕਿ ਉਹ ਜਿਹੜੇ ਪ੍ਰਚਾਰਕ ਨੇ, ਉਹ ਜਿਹੜੇ ਲੋਕ ਨੇ, ਉਹ ਆਪਣਾ ਜਿੱਦਾਂ ਕਹ ਲਓ ਵੀ ਪ੍ਰਾਈਸ ਪੇ ਕਰ ਰਹੇ ਨੇ, ਉਹ ਪ੍ਰਾਈਸ ਪੇ ਕਰ ਰਹੇ ਨੇ।
ਬਰਕਤਾਂ ਆਪਾਂ ਨੂੰ ਵੀ ਮਿਲ ਸਕਦੀਆਂ ਨੇ ਜੇ ਆਪਾਂ ਪ੍ਰਾਈਸ ਪੇ ਕਰ ਸਕਦੇ ਆ। ਜਿਹੜਾ ਪਾਸਟਰ ਸਭ ਤੋਂ ਵੱਡਾ ਚਰਚ ਜਿਹੜਾ ਹੈਗਾ ਆ ਦੁਨੀਆ ਦਾ, ਕੋਰੀਆ ਦੇ ਵਿੱਚ, ਉੱਥੇ ਜਿਹੜੇ ਪਾਸਟਰ ਸੀਗੇ ਪੌਲ ਯੋਂਗੀ ਚੋ, ਜਿਹੜੇ ਕੋਰੀਅਨ ਪਾਸਟਰ ਸੀਗੇ, ਉਹ ਪਾਸਟਰ ਉਹਨਾਂ ਦੇ ਪ੍ਰਚਾਰ ਦੇ ਵਿੱਚ ਬਾਰੀ-ਬਾਰੀ ਕਹਿੰਦੇ ਨੇ ਕਿ ਦਿਨ ਦੇ ਵਿੱਚ ਉਹ 3 ਘੰਟੇ ਪ੍ਰੇਅਰ ਕਰਦੇ ਨੇ, ਸਿੱਧੀ ਪ੍ਰੇਅਰ 3 ਘੰਟੇ ਸਿੱਧੀ। ਉਸ ਤੋਂ ਬਾਅਦ ਜਿਹੜਾ ਬਾਕੀ ਪਰਮੇਸ਼ਵਰ ਦਾ ਕੰਮ ਹੈ, ਕਿੱਦਾਂ ਦੀ ਬਰਕਤ ਆਊਗੀ? ਟਰਾਈ ਕਰਕੇ ਦੇਖੀਏ। 1 ਵੀਕ ਲੈਟਸ ਪ੍ਰੇ 3 ਆਵਰਸ ਐਵਰੀ ਡੇ, ਲੈਟਸ ਟਰਾਈ ਇਟ। ਹੈ ਕਿੱਦਾਂ ਦੀ ਬਰਕਤ ਆਊਗੀ? ਉਹ ਚਰਚ ਕਿਹੜਾ ਹਜ਼ਾਰਾਂ ਲੱਖਾਂ ਦੇ ਵਿੱਚ ਲੋਕ ਨੇ, ਹਜ਼ਾਰਾਂ ਲੱਖਾਂ ਦੇ ਵਿੱਚ ਕਿੰਨੇ ਪਾਸਟਰ ਸਬ ਪਾਸਟਰ ਨੇ ਉੱਥੇ। ਮਤਲਬ ਉਹ ਨੋਰਮਲ ਬੰਦਾ ਸੀਗਾ, ਉਹ ਨੋਰਮਲ ਬੰਦਾ ਸੀ। ਉਹ ਬੰਦੇ ਨੂੰ ਐਕਚੁਅਲੀ ਟਿਊਬਰਕਲੋਸਿਸ ਦੀ ਬਿਮਾਰੀ ਸੀਗੀ, ਮੰਜੇ ਤੇ ਮਾਪਿਓ ਨੇ ਛੱਡਤਾ ਸੀ, ਹੁਣ ਤਾਂ ਤੂੰ ਗਿਆ, ਹੁਣ ਤਾਂ ਤੂੰ ਗਿਆ। ਤੇ ਉਹਨੂੰ ਪਰਮੇਸ਼ਵਰ ਨੇ ਦਰਸ਼ਨ ਦਿੱਤੇ ਸੀ, ਟੀਨੇਜਰ ਹੀ ਸੀ ਉਦੋਂ, ਉਹ 17 18 19 ਕੁਛ ਹੋਣਾ। ਉਹਨੂੰ ਪਰਮੇਸ਼ਵਰ ਨੇ ਦਰਸ਼ਨ ਦਿੱਤੇ ਸੀ, ਉਹਨੂੰ ਦਰਸ਼ਨ ਦਿੱਤੇ ਤੇ ਉਦੋਂ ਤੋਂ ਲੈ ਕੇ ਉਹਨੇ ਕਿਹਾ ਪਰਮੇਸ਼ਵਰ ਜੇ ਤੂੰ ਮੈਨੂੰ ਠੀਕ ਕਰ ਦੇ, ਮੈਂ ਆਪਣਾ ਸਾਰੀ ਜ਼ਿੰਦਗੀ ਤੈਨੂੰ ਦੇ ਦੂੰਗਾ। ਉਹੀ ਹੋਇਆ, ਪਰਮੇਸ਼ਵਰ ਨੇ ਖੜਾ ਕਰਤਾ। ਧੰਨਵਾਦ ਪਰਮੇਸ਼ਵਰ ਦਾ ਉਹਨਾਂ ਬੰਦਿਆਂ ਦੇ ਲਈ, ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੂੰ ਇਸ ਤਰ੍ਹਾਂ ਪਰਮੇਸ਼ਵਰ ਯੂਜ਼ ਕਰਦਾ ਆ, ਜਿਹੜੇ ਆਪਣੀ ਪ੍ਰਾਈਸ ਪੇ ਕਰਨ ਦੇ ਲਈ ਤਿਆਰ ਹੁੰਦੇ ਨੇ। ਆਮੇਨ। ਇਹ ਆਪਾਂ ਕਰੀਏ 3 ਘੰਟੇ ਦਿਨ ਦੇ ਵਿੱਚ ਉਹ ਪ੍ਰੇਅਰ ਕਰਦੇ ਸੀਗੇ। ਤੇ ਐ ਹੋ ਨਹੀਂ ਸਕਦਾ ਕਿ ਪਰਮੇਸ਼ਵਰ ਚੀਜ਼ਾਂ ਨਾ ਹਿਲਾਊਗਾ ਜੇ ਆਪਾਂ ਨਾ ਪ੍ਰੇਅਰ ਕਰੀਏ। ਆਮੇਨ। ਹਾਲੇਲੂਇਆ, ਹਾਲੇਲੂਇਆ। ਤੇ ਜਦੋਂ ਮੁਸੀਬਤਾਂ ਆਉਂਦੀਆਂ ਨੇ ਉਦੋਂ ਆਪਾਂ ਪ੍ਰਭੂ ਨੂੰ ਪੁਕਾਰਦੇ ਆ, ਪਰਮੇਸ਼ਵਰ ਸਾਡੀ ਮਦਦ ਕਰ, ਮਦਦ ਕਰ। ਪਰ ਜਦੋਂ ਸਾਰਾ ਕੁਝ ਠੀਕ ਹੋ ਜਾਂਦਾ ਆ ਕਈ ਵਾਰੀ, ਉਦੋਂ ਫਿਰ ਆਪਾਂ ਮੁੜ ਕੇ ਵੀ ਨਹੀਂ ਦੇਖਦੇ। ਇੱਕ ਛੋਟੀ ਜਿਹੀ ਐਗਜ਼ਾਮਪਲ ਇੱਕ ਹੋਰ ਹੈਗੀ ਹੈ। ਇੱਕ ਮੁੰਡਾ ਸੀਗਾ, ਉਹ ਖੇਤਾਂ ਖੂਤਾਂ 'ਚ ਜਿੱਦਾਂ ਕਹਿ ਲਓ ਰਹਿੰਦੇ ਸੀਗੇ। ਬਾੜ ਨਹੀਂ ਹੁੰਦੇ ਜਿੱਥੇ ਘਰ ਜਿਹੜੇ ਖੇਤਾਂ 'ਚ ਬਣੇ ਹੁੰਦੇ, ਜਿਹਦੇ ਅੰਦਰ ਪਸ਼ੂ ਹੁੰਦੇ ਨੇ, ਹੈ ਨਾ, ਉਹ ਲਾਲ ਜੇ ਕੁਛ ਵੀ ਕਹਿ ਲਓ, ਘਰ ਲਾ ਲਓ, ਛੱਤ ਲਾ ਲਓ, ਛੱਤ ਤੇ ਚੜਿਆ ਹੋਇਆ ਸੀਗਾ ਉਹ ਕਿਸੇ ਘਰ ਦੀ ਤੇ, ਹੈ ਨਾ। ਤੇ ਜਦੋਂ ਉੱਪਰ ਚੜਿਆ ਸੀਗਾ ਤੇ ਉਹਦਾ ਕਿਤੇ ਪੈਰ ਫਿਸਲ ਗਿਆ। ਤੇ ਜਦੋਂ ਉਹਦਾ ਪੈਰ ਫਿਸਲ ਗਿਆ ਤੇ ਉਹ ਤਾਂ ਰੁੜਨ ਲੱਗਿਆ, ਉਹ ਤਾਂ ਆਈ ਆਉਂਦਾ ਥੱਲੇ, ਇੰਨੀ ਉਚਾਈ ਤੋਂ ਉਹਨੇ ਥੱਲੇ ਡਿੱਗਣਾ, ਹੈ ਨਾ। ਤੇ ਉਹਦਾ ਤਾਂ ਪੈਰ ਫਿਸਲ ਗਿਆ ਤੇ ਆਉਂਦਾ ਕਰੇ ਪਰਮੇਸ਼ਰ ਮਦਦ ਕਰ ਮੇਰੀ, ਪਰਮੇਸ਼ਰ ਮੈਨੂੰ ਬਚਾ, ਪਰਮੇਸ਼ਰ ਮੈਨੂੰ ਬਚਾ। ਜਦੋਂ ਇਹ ਕਰਦਾ ਉਹ ਥੱਲੇ ਨੂੰ ਰੁੜਿਆ ਤੇ ਉਹਦੀ ਜਿਹੜੀ ਪੈਂਟ ਸੀਗੀ, ਉੱਥੇ ਇੱਕ ਮੇਖ ਲੱਗੀ ਹੋਈ ਸੀ ਤੇ ਉਹਦੀ ਪੈਂਟ ਮੇਖ 'ਚ ਫਸ ਗਈ, ਇੱਕ ਨੇਲ 'ਚ ਫਸ ਗਈ ਉਹਦੀ ਪੈਂਟ। ਉਹ ਫਸ ਗਈ ਤਾਂ ਕਈ ਵਾਰੀ ਨਹੀਂ ਐ ਪਾੜਦੀ ਜਾਂਦੀ ਹੁੰਦੀ ਆ, ਫਸ ਜਾਂਦੀ ਆ, ਪਾੜਦੀ ਕਰਕੇ ਫਿਰ ਉੱਥੇ ਇਕੱਠੀ ਜਿਹੀ ਹੋ ਗਈ ਉੱਪਰ ਆ ਕੇ, ਤੇ ਉਹ ਫਸ ਗਈ ਤੇ ਉਹ ਫਸ ਗਿਆ ਉੱਥੇ, ਤੇ ਉੱਥੇ ਡਿੱਗਿਆ ਨਹੀਂ, ਉੱਥੇ ਹੀ ਫਸ ਗਿਆ। ਜਦੋਂ ਉੱਥੇ ਫਸ ਗਿਆ ਤੇ ਪਰਮੇਸ਼ਰ ਨੂੰ ਕਹਿੰਦਾ ਕੋਈ ਨਹੀਂ ਪਰਮੇਸ਼ਰ ਮੈਨੂੰ ਨੇਲ ਨੇ ਬਚਾ ਲਿਆ, ਕਹਿੰਦਾ ਕੋਈ ਨਹੀਂ ਪਰਮੇਸ਼ਰ ਮੈਨੂੰ ਮੇਖ ਨੇ ਬਚਾ ਲਿਆ। ਹੈ ਲੋਕ ਨਹੀਂ ਸਮਝਦੇ ਪਰਮੇਸ਼ਵਰ ਆਪਣੀਆਂ ਸੁਪਰਨੈਚੁਰਲ ਚੀਜ਼ਾਂ ਕਰਨ ਦੇ ਲਈ ਨੈਚੁਰਲ ਨੂੰ ਯੂਜ਼ ਕਰਦਾ। ਹਾਂ, God uses the natural to do his supernatural things। ਹੈ ਤੇ ਦੂਤਾਂ ਨੂੰ ਭੇਜਦਾ ਪਰਮੇਸ਼ਵਰ ਸਾਡੇ ਲਈ। ਜਦੋਂ ਮੁਸੀਬਤ 'ਚ ਹੁੰਦੇ ਆ, ਸਾਡਾ ਪਰਮੇਸ਼ਵਰ ਦੂਤਾਂ ਨੂੰ ਭੇਜਦਾ। ਉਹ ਜੇ ਉਸ ਵੇਲੇ ਆਪਣੀਆਂ ਰੂਹਾਨੀ ਅੱਖਾਂ ਖੁੱਲਣ, ਆਪਾਂ ਨੂੰ ਦੂਤ ਦੇਖ ਸਕਦੇ ਨੇ। ਬਹੁਤ ਗਵਾਹੀਆਂ ਨੇ ਕਿ ਲੋਕਾਂ ਨੇ ਦੂਤ ਦੇਖੇ ਨੇ ਪਰਮੇਸ਼ਵਰ ਨੂੰ, ਕਿਸੇ ਚੀਜ਼ਾਂ 'ਚ ਉਹਨਾਂ ਨੂੰ, ਲੋਕਾਂ ਨੂੰ ਕੱਢਦੇ ਆ, ਲੋਕਾਂ ਦੀਆਂ ਅੱਖਾਂ ਰੂਹਾਨੀ ਖੁੱਲੀਆਂ ਨੇ, ਉਹਨਾਂ ਨੇ ਦੂਤ ਦੇਖੇ ਨੇ। ਹੈ ਉਸ ਮੁੰਡੇ ਨੂੰ ਦੇਖੋ ਤੁਸੀਂ ਕਿ ਜਦੋਂ ਉਹਨੇ ਪਰਮੇਸ਼ਵਰ ਨੂੰ ਉਹਨੇ ਪੁਕਾਰਿਆ, ਉਹਨੇ ਕਿਹਾ ਪਰਮੇਸ਼ਵਰ ਮਦਦ ਕਰ, ਪਰਮੇਸ਼ਵਰ ਆਇਆ ਮਦਦ ਕਰਨ, ਪਰ ਉਹ ਸਮਝਿਆ ਨਹੀਂ, ਉਹ ਸਮਝ ਨਹੀਂ ਸਕਿਆ ਕਿ ਉਸ ਵੇਲੇ ਉਹ ਪਰਮੇਸ਼ਵਰ ਸੀਗਾ ਜਿਹੜਾ ਮੇਰੀ ਮਦਦ ਕਰਨ ਆਇਆ ਸੀਗਾ। ਹਾਲੇਲੂਇਆ। ਤੇ ਇਸੇ ਤਰ੍ਹਾਂ ਜਿਹੜੇ ਆਪਣੇ ਪਰਿਵਾਰ ਵਾਲੇ ਵੀ ਨੇ, ਰਿਸ਼ਤੇਦਾਰ, ਫਰੈਂਡਸ ਨੇ ਜਿਹੜੇ ਵੀ, ਉਹਨਾਂ ਦੇ ਲਈ ਵੀ ਦੁਆ ਕਰੀਏ ਕਿ ਪਰਮੇਸ਼ਵਰ ਉਹਨਾਂ ਦੀਆਂ ਰੂਹਾਨੀ ਅੱਖਾਂ ਖੋਲੇ, ਹੈ ਨਾ। ਆਪਾਂ ਤਾਂ ਨੇਚਾ ਨਾਲ ਤੁਰੇ ਫਿਰਦੇ ਹਾਂ, ਉਹ ਕਈ ਲੋਕ ਨੇਚਾ ਨਹੀਂ ਕਰਦੇ ਤੇ ਚਲੋ ਪਰਮੇਸ਼ਵਰ ਉਹਨਾਂ ਨੂੰ ਕੁਝ ਦਿਖਾਈ ਦੇਵੇ, ਆਪਾਂ ਕਹਿੰਦੇ ਆ, ਹੈ ਨਾ, ਦਿਖਾਈ ਦੇਵੇ, ਸੁਪਨਾ ਦਿਖਾਵੇ, ਕੁਛ ਵੀ ਦਿਖਾਵੇ ਜਿਹਦੇ ਨਾਲ ਉਹ ਪਰਮੇਸ਼ਵਰ ਵੱਲ ਨੂੰ ਖਿੱਚੇ ਆਉਣ। ਹਾਲੇਲੂਇਆ। ਜਦੋਂ ਬਿਮਾਰ ਹੁੰਦੇ ਨੇ, ਟਰਬਲ 'ਚ ਹੁੰਦੇ ਨੇ ਆਪਣੇ ਜਿਹੜੇ ਲੋਕ ਹੈਗੇ ਨੇ, ਉਦੋਂ ਉਹ ਸਾਰਾ ਕੁਝ ਸੁਣਦੇ ਨੇ, ਕਰਦੇ ਨੇ, ਪਰ ਜਦੋਂ ਉਹਨਾਂ ਦੀ ਬਿਮਾਰੀ ਚਲੀ ਜਾਂਦੀ ਹੈ, ਮੁੜ ਜਾਂਦੀ ਹੈ। ਪਰ ਇਹ ਆਪਣੇ ਸਿਰ ਆ ਕਿ ਆਪਾਂ ਦੁਆਵਾਂ ਕਰੀਏ, ਆਪਾਂ ਲੜੀਏ, ਯਕੂਬ ਵਾਂਗੂ ਆਪਾਂ ਲੜੀਏ। ਆਪਾਂ ਇਹ ਚੀਜ਼ ਦੇ ਉੱਤੇ ਜਿੱਤ ਪਾ ਸਕਦੇ ਹਾਂ, ਆਪਾਂ ਜਿੱਤ ਸਕਦੇ ਹਾਂ ਜੇ ਆਪਾਂ ਇਹ ਲੜਾਈ ਕਰੀਏ। ਅਖੀਰਲੀ ਵਰਸ ਪੜਾਂਗੇ, 19ਵੀਂ ਜਿਹੜੀ ਵਰਸ ਹੈਗੀ ਆ, ਉਹਦੇ ਵਿੱਚ ਲਿਖਿਆ ਹੈ, then he said to him, rise and go, your faith has made you whole। ਹਾਲੇਲੂਇਆ। ਉਹ ਕਹਿੰਦਾ ਆ, ਉੱਠ ਖੜਾ ਹੋ ਤੇ ਜਾ, ਤੇਰੀ ਨਿਹਚਾ ਨੇ ਤੈਨੂੰ ਸੰਪੂਰਨ ਕੀਤਾ, ਤੇਰੀ ਨਿਹਚਾ ਨੇ ਤੈਨੂੰ ਸੰਪੂਰਨ ਕੀਤਾ।
ਹੈ। ਇੱਥੇ ਆ ਨਹੀਂ ਲਿਖਿਆ your faith has made you well, ਮੇਬੀ ਸ਼ਾਇਦ ਕਈ ਬਾਈਬਲਾਂ 'ਚ ਲਿਖਿਆ ਹੋਵੇ, ਮੇਰੀ 'ਚ ਲਿਖਿਆ your faith has made you whole, ਤੈਨੂੰ ਸੰਪੂਰਨ ਕੀਤਾ। ਇਹ ਜਿਹੜੀ ਇੱਕ ਬੜਾ ਇੰਟਰਸਟਿੰਗ ਪਾਰਟ ਆ ਇਸ ਕਹਾਣੀ ਦਾ ਇਹ ਵਰਸ, ਕਿ ਜਿਹੜੇ ਦੂਸਰੇ ਲੋਕ ਜਿਹੜੇ 9 ਸੀਗੇ ਉਹਨਾਂ ਨੂੰ ਪਰਮੇਸ਼ਵਰ ਨੇ ਸਰੀਰਿਕ ਚੰਗਿਆਈ ਦਿੱਤੀ, ਉਹਨਾਂ ਨੂੰ ਪਰਮੇਸ਼ਵਰ ਨੇ ਉਹਨਾਂ ਦਾ ਕੋਡ ਠੀਕ ਕੀਤਾ, ਉਹਨਾਂ ਨੂੰ ਸਰੀਰਿਕ ਚੰਗਿਆਈ ਦਿੱਤੀ, ਪਰ ਸਿਰਫ ਇੱਕ ਇਹੀ ਸੀਗਾ ਜਿਹਨੂੰ ਪਰਮੇਸ਼ਵਰ ਨੇ ਸੰਪੂਰਨ ਤੌਰ ਤੇ ਠੀਕ ਕੀਤਾ। ਮਤਲਬ ਕੀ ਹੋਇਆ, ਕੀ ਫਰਕ ਆ? ਇਹ ਜਿਹੜਾ ਬੰਦਾ ਸੀਗਾ ਇਹਨੂੰ ਪਰਮੇਸ਼ਵਰ ਨੇ ਇਹਦਾ ਸਰੀਰ ਵੀ ਤੇ ਇਹਦਾ ਰੂਹ ਵੀ ਇਹਦੀ ਜਿਹੜੀ ਸੀਗੀ ਉਹ ਠੀਕ ਕੀਤੀ, ਕਿਉਂਕਿ ਇਹ ਧੰਨਵਾਦ ਦੇ ਨਾਲ ਮੁੜ ਕੇ ਆਇਆ ਸੀਗਾ। ਗੋਡ ਬਲੈਸਡ ਹਿਮ ਕਿ ਇਹ ਪਰਮੇਸ਼ਵਰ ਨੇ ਕਿਹਾ ਜਾ ਤੇਰੀ ਨੇਚਰ ਨੇ ਤੈਨੂੰ ਮੇਡ ਯੂ ਹੋਲ, ਤੇਰੀ ਨੇਚਰ ਆਹ ਨਹੀਂ ਹੋ ਸਕਦਾ ਪਰਮੇਸ਼ਵਰ ਹਾਂ ਚੱਲ ਜਾ ਤੂੰ ਠੀਕ ਹੋ ਗਿਆ, ਠੀਕ ਤਾਂ ਇਹ ਪਹਿਲਾਂ ਹੀ ਹੋ ਗਿਆ ਸੀ। ਹੁਣ ਪਰਮੇਸ਼ਵਰ ਨੇ ਕੀ ਕਿਹਾ ਵੀ ਮੇਡ ਯੂ ਹੋਲ। ਹੁਣ ਇੱਥੇ ਪਰਮੇਸ਼ਵਰ ਰੂਹਾਨੀ ਗੱਲ ਕਰ ਰਹੇ ਨੇ ਕਿ ਜਾ ਕਿ ਤੇਰੇ ਪਾਪ ਮਾਫ ਹੋਏ, ਜਿੱਦਾਂ ਪਰਮੇਸ਼ਵਰ ਕਹੇ ਜਾ ਤੇਰੇ ਪਾਪ ਮਾਫ ਹੋਏ ਹੈ ਕਿ ਫੇਰ ਪਾਪ ਨਾ ਕਰੀ। ਆਮੇਨ, ਹਾਲੇਲੂਇਆ। ਇਹੀ ਬਰਕਤ, ਇਹ ਚੀਜ਼ ਆ ਜਿਹੜੀ ਇਹ ਆਪਣੇ ਸਾਰਿਆਂ ਦੇ ਲਈ ਵੀ ਆ। ਪਰਮੇਸ਼ਵਰ ਨੇ ਦਇਆ ਕੀਤੀ, ਕਿਰਪਾ ਕੀਤੀ ਤੇ ਹੁਣ ਪਰਮੇਸ਼ਵਰ ਕਹਿੰਦਾ ਜਾ ਹੋਰ ਪਾਪ ਨਾ ਕਰੀ, ਦੁਬਾਰਾ ਪਾਪ ਨਾ ਕਰੀ। ਆਮੇਨ। ਪਰਮੇਸ਼ਵਰ ਦੀ ਕਿਰਪਾ ਹੋਈ, ਮਿਹਰ ਹੋਈ, ਉਹਨੇ ਆਪਣਾ ਪੁੱਤਰ, ਇਕਲੌਤਾ ਪੁੱਤਰ ਭੇਜਿਆ ਸਾਡੇ ਲਈ, ਤਾਂ ਕਰਕੇ ਜੋ ਵੀ ਕੋਈ ਉਸ ਦੇ ਵਿੱਚ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਵੇ। ਇਹ ਉਹੀ ਬੰਦਾ ਆ ਜਿਹੜਾ ਹਮੇਸ਼ਾ ਦੀ ਜ਼ਿੰਦਗੀ ਪਾਏ। ਇੱਕ ਦਿਨ ਹਾਲੇਲੂਇਆ, ਤਾੜੀਆਂ ਮਾਰੋ ਪਰਮੇਸ਼ਵਰ ਯਿਸੂ ਮਸੀਹ ਜੀ ਦੇ ਲਈ ਨੇ, ਖੁੱਲ ਕੇ ਮਾਰੋ, ਖੁੱਲ ਕੇ ਰੌਲਾ ਪਾਈਏ ਪਰਮੇਸ਼ਵਰ ਦੇ ਵਿੱਚ। ਆਮੇਨ, ਹਾਲੇਲੂਇਆ। ਇੱਕ ਦਿਨ ਆਹ ਜਿਹੜਾ ਇੱਕ ਬੰਦਾ ਆ ਇਹਨਾਂ ਨੇ ਵਿਸ਼ਵਾਸ ਕਰਦੀ ਹਾਂ ਓਬਵੀਅਸਲੀ ਇਹਨੂੰ ਆਪਾਂ ਮਿਲਾਂਗੇ, ਇਹਨੂੰ ਮਿਲਾਂਗੇ ਆਪਾਂ ਇੱਕ ਦਿਨ ਜਦੋਂ ਆਪਾਂ ਉੱਥੇ ਜਾਵਾਂਗੇ, ਫਿਰ ਪੁੱਛਾਂਗੇ ਉਹਦੀ ਕਹਾਣੀ ਸਮਾਰ ਕੇ। ਆਮੇਨ, ਹਾਲੇਲੂਇਆ। ਤੇ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ। ਅੱਜ ਜੋ ਵੀ ਕੁਝ ਆਪਾਂ ਨੂੰ ਪਰਮੇਸ਼ਵਰ ਨੇ ਦੱਸਿਆ, ਸਿਖਾਇਆ, ਆਪਾਂ ਉਹਦੇ ਤੇ ਖਰੇ ਉਤਰੀਏ। ਜੋ ਵੀ ਚੀਜ਼ ਆ ਪਰਮੇਸ਼ਵਰ ਨੇ ਅੱਜ ਆਪਣੇ ਨਾਲ ਗੱਲ ਕੀਤੀ ਆਪਾਂ ਉਹ ਪੂਰੀ ਕਰੀਏ। ਆਪਾਂ ਇਸ ਵੇਲੇ ਖੜੇ ਹੋ ਜਾਂਦੇ ਆ ਤੇ ਆਪਣੇ ਹੱਥਾਂ ਨੂੰ ਪਰਮੇਸ਼ਵਰ ਵੱਲ ਚੱਕਦੇ ਆ। ਇੱਕ ਦੁਆ ਦੇ ਨਾਲ ਅੱਜ ਦੀ ਮੀਟਿੰਗ ਨੂੰ ਆਪਾਂ ਇੱਥੇ ਖਤਮ ਕਰਦੇ ਹਾਂ। ਆਮੇਨ, ਹਾਲੇਲੂਇਆ। ਪਹਿਲਾਂ ਤਾਂ ਤਾੜੀਆਂ ਦੇ ਨਾਲ ਪਰਮੇਸ਼ਵਰ ਯਿਸੂ ਮਸੀਹ ਜੀ ਨੂੰ ਸਭ ਕੇ ਹਾਲੇਲੂਇਆ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਤੇਰੀ ਮਿਹਰ ਤੇ ਕਿਰਪਾ ਦੇ ਲਈ ਅੱਖਾਂ ਬੰਦ ਕਰਦੇ ਆਪਾਂ ਇੱਕ ਦੁਆ ਦੇ ਵਿੱਚ ਜਾਵਾਂਗੇ। ਹਾਲੇਲੂਇਆ, ਥੈਂਕ ਯੂ ਜੀਸਸ। ਤੇਰਾ ਹੀ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਵਰ। ਅੱਜ ਤੇਰਾ ਛੂ ਜਿਹੜਾ ਪਿਤਾ ਪਰਮੇਸ਼ਵਰ ਉਹਦਾ ਅਸੀਂ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਵਰ ਕਿ ਤੇਰਾ ਛੂ ਸਿਰਫ ਸਾਡੇ ਸਰੀਰ ਤੱਕ ਹੀ ਨਹੀਂ ਸੀਮਤ ਹੈ ਪਿਤਾ ਪਰਮੇਸ਼ਵਰ, ਇਹ ਅੰਦਰ ਤੱਕ ਜਾਂਦਾ ਹੈ, ਸਾਡੀ ਰੂਹ ਦੀ ਡੂੰਘਾਈ ਤੱਕ ਪਿਤਾ ਪਰਮੇਸ਼ਵਰ ਤੇਰਾ ਛੂ ਸਾਡੇ ਜਾਵੇ ਪਿਤਾ ਪਰਮੇਸ਼ਵਰ। ਤੇਰਾ ਹੀ ਧੰਨਵਾਦ ਕਰਦੇ ਹਾਂ, ਪਾਪਾਂ ਦੀ ਮਾਫੀ ਦਾ ਧੰਨਵਾਦ ਕਰਦੇ ਹਾਂ ਪਰਮੇਸ਼ਵਰ ਕਿ ਜੋ ਤੂੰ ਸਾਡੇ ਪਾਪ ਪਿਤਾ ਪਰਮੇਸ਼ਵਰ ਮਾਫ ਕੀਤੇ ਪਿਤਾ ਪਰਮੇਸ਼ਵਰ। ਤੇਰਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਵਰ ਕਿ ਅਸੀਂ ਐਸ ਯੋਗ ਸੀਗੇ ਨਹੀਂ ਪਿਤਾ ਪਰਮੇਸ਼ਵਰ ਕਿ ਤੇਰੀ ਮਿਹਰ ਤੇ ਕਿਰਪਾ ਹੋਵੇ, ਪਰ ਪਿਤਾ ਪਰਮੇਸ਼ਵਰ ਤੇਰਾ ਦਿਲ ਵੱਡਾ ਦਿਲ ਪਿਤਾ ਪਰਮੇਸ਼ਵਰ। ਤੂੰ ਇਸ ਦੁਨੀਆ ਤੇ ਸਾਡੇ ਲਈ ਆਇਆ, ਸਾਡੇ ਲਈ ਮਰਿਆ, ਸਾਡੇ ਲਈ ਫੇਰ ਜੀ ਉੱਠਿਆ ਤੇ ਫੇਰ ਪਿਤਾ ਪਰਮੇਸ਼ਵਰ ਮੁੜ ਕੇ ਆਵੇਂਗਾ ਸਾਡੇ ਲਈ ਪਿਤਾ ਪਰਮੇਸ਼ਵਰ। ਤੂੰ ਸਾਡੀਆਂ ਜ਼ਿੰਦਗੀਆਂ ਦੇ ਪਿਤਾ ਪਰਮੇਸ਼ਵਰ ਟੇਕ ਕੰਟਰੋਲ ਆਫ ਆਰ ਲਾਈਵਸ ਲੋਰਡ ਜੀਸਸ। ਕੰਟਰੋਲ ਲੈ ਤੂੰ ਸਾਡੀਆਂ ਜ਼ਿੰਦਗੀਆਂ ਦਾ ਪਿਤਾ ਪਰਮੇਸ਼ਵਰ। ਸਾਡੀ ਮਦਦ ਕਰ ਪਿਤਾ ਪਰਮੇਸ਼ਵਰ ਕਿ ਅਸੀਂ ਸਿਰਫ ਫਿਜ਼ੀਕਲ ਨਾ ਬਲਕਿ ਰੂਹਾਨੀ ਹੀਲਿੰਗ ਵੀ ਪ੍ਰਾਪਤ ਕਰ ਸਕੀਏ ਪਿਤਾ ਪਰਮੇਸ਼ਵਰ। ਸਾਨੂੰ ਤੇਰੀ ਲੋੜ ਹੈ ਪਰਮੇਸ਼ਵਰ ਯਿਸੂ ਮਸੀਹ ਜੀ। ਵੀ ਨੀਡ ਯੂ ਜੀਸਸ। ਸਾਨੂੰ ਤੇਰੀ ਲੋੜ ਹੈ ਯਿਸੂ ਮਸੀਹ ਜੀ, ਸਾਨੂੰ ਤੇਰੀ ਲੋੜ ਆ। ਮੈਂ ਹੁਣ ਥੱਕ ਗਿਆ ਲੜਦਾ, ਮੈਂ ਥੱਕ ਗਈ ਲੜਦੀ ਪਰਮੇਸ਼ਵਰ। ਹੁਣ ਯੂ ਟੇਕ ਓਵਰ, ਹੁਣ ਤੂੰ ਲੈ ਲੈ ਸਭ ਕੁਝ ਪਿਤਾ ਪਰਮੇਸ਼ਵਰ ਮੇਰੇ ਹੱਥੋਂ। ਹੁਣ ਤੂੰ ਕਰ, ਹੁਣ ਤੇਰੀ ਮਰਜ਼ੀ ਪੂਰੀ ਹੋਵੇ ਪਿਤਾ ਪਰਮੇਸ਼ਵਰ। ਮੈਂ ਕਰ ਲਿਆ ਜੋ ਕਰ ਸਕਦਾ ਸੀ, ਮੈਂ ਕਰ ਲਿਆ ਜੋ ਕਰ ਸਕਦੀ ਸੀ, ਹੁਣ ਤੂੰ ਲੈ ਲਾ ਪਿਤਾ ਪਰਮੇਸ਼ਵਰ। ਹਰ ਇੱਕ ਚੀਜ਼ ਦਾ ਕੰਟਰੋਲ, ਮੇਰੀ ਜ਼ਿੰਦਗੀ ਦਾ ਕੰਟਰੋਲ। ਸਾਨੂੰ ਤੇਰੀ ਲੋੜ ਆ ਪਿਤਾ ਪਰਮੇਸ਼ਵਰ। ਅਸੀਂ ਆਪਣੇ ਬੱਚੇ ਤੇਰੇ ਹੱਥਾਂ 'ਚ ਦਿੰਦੇ ਆ, ਸਾਡੇ ਪਰਿਵਾਰ ਵਾਲੇ ਤੇਰੇ ਹੱਥਾਂ 'ਚ ਦਿੰਦੇ ਆ। ਤੂੰ ਟੇਕ ਕੰਟਰੋਲ ਪਿਤਾ ਪਰਮੇਸ਼ਵਰ। ਉਹਨਾਂ ਤੇ ਮਿਹਰ ਕਰ, ਕਿਰਪਾ ਕਰ, ਦਇਆ ਕਰ ਪਿਤਾ ਪਰਮੇਸ਼ਵਰ। ਅਸੀਂ ਤੇਰਾ ਹੀ ਧੰਨਵਾਦ ਕਰਦੇ ਹਾਂ ਅੱਜ ਦੇ ਇਸ ਦਿਨ ਦਾ ਪਿਤਾ ਪਰਮੇਸ਼ਵਰ, ਜੋ ਤੂੰ ਸਾਡੇ ਨਾਲ ਗੱਲਬਾਤ ਕੀਤੀ ਪਿਤਾ ਪਰਮੇਸ਼ਵਰ। ਇਹ ਬੀਜ ਜਿਹੜਾ ਅੱਜ ਬੋਇਆ ਗਿਆ ਸਾਡੇ ਦਿਲਾਂ ਦੇ ਵਿੱਚ ਪਿਤਾ ਪਰਮੇਸ਼ਵਰ, ਆਉਣ ਵਾਲੇ ਦਿਨਾਂ ਦੇ ਵਿੱਚ ਪਿਤਾ ਪਰਮੇਸ਼ਵਰ ਇਹ ਫਲ ਲੈ ਕੇ ਆਵੇ ਪਿਤਾ ਪਰਮੇਸ਼ਵਰ। ਇਹ ਸਾਡੀ ਦੁਆ ਹੈ ਪਿਤਾ ਪਰਮੇਸ਼ਵਰ। ਤੇ ਤੇਰਾ ਹੀ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਵਰ। ਤੇਰੀ ਹਜ਼ੂਰੀ ਦਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਵਰ। ਤੇਰੇ ਵਚਨ ਦਾ ਧੰਨਵਾਦ ਕਰਦੇ ਹਾਂ, ਤੇਰੀ ਅਨੋਇੰਟਿੰਗ ਦਾ ਧੰਨਵਾਦ ਕਰਦੇ ਹਾਂ, ਪਵਿੱਤਰ ਆਤਮਾ ਤੁਹਾਡੀ ਹਜ਼ੂਰੀ ਦਾ ਧੰਨਵਾਦ ਕਰਦੇ ਹਾਂ। ਇਸ ਥਾਂ ਦੇ ਉੱਤੇ ਸਾਰੀ ਮਹਿਮਾ, ਸਾਰੀ ਗਲੋਰੀ ਆਪਾਂ ਪਿਤਾ ਪਰਮੇਸ਼ਵਰ ਨੂੰ ਹੀ ਦਿੰਦੇ ਹਾਂ। ਹਾਲੇਲੂਇਆ। ਹੱਥ ਚੱਕ ਕੇ ਸਾਰੀ ਗਲੋਰੀ, ਸਾਰੀ ਮਹਿਮਾ, ਹਾਲੇਲੂਇਆ, 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 ਹਾਲੇਲੂਇਆ। ਤੇਰਾ ਹੀ ਧੰਨਵਾਦ ਪਿਤਾ ਪਰਮੇਸ਼ਵਰ।
ਧੰਨਵਾਦ ਪਿਤਾ ਪਰਮੇਸ਼ਰ ਕਿ ਅਸੀਂ ਉਹ ਨੌਆਂ ਚੋਂ ਨਹੀਂ ਗਏ, ਅਸੀਂ ਉਹ ਨੌਆਂ ਚੋਂ ਨਹੀਂ ਗਏ, ਬਲਕਿ ਉਸ ਇੱਕ ਅਰਗਿਆਂ ਪਿਤਾ ਪਰਮੇਸ਼ਰ ਜਿਹੜੇ ਮੁੜ ਕੇ ਆਏ ਤੇਰਾ ਧੰਨਵਾਦ ਕਰਨ ਨੂੰ ਪਿਤਾ ਪਰਮੇਸ਼ਰ। ਅਸੀਂ ਉਹਨਾਂ ਲੋਕਾਂ ਅਰਗੇ ਨਹੀਂ ਗਏ ਜਿਹੜੇ ਬਰਕਤ ਲੈ ਕੇ ਚਲੇ ਜਾਂਦੇ ਨੇ ਫਿਰ ਮੁੜ ਕੇ ਨਹੀਂ ਦੇਖਦੇ। ਤੂੰ ਪਿਤਾ ਪਰਮੇਸ਼ਰ ਸਾਡੇ ਤੇ ਮਿਹਰ ਤੇ ਕਿਰਪਾ ਰੱਖ ਪਿਤਾ ਪਰਮੇਸ਼ਰ। ਅਸੀਂ ਤੇਰਾ ਹੀ ਧੰਨਵਾਦ ਕਰਦੇ ਹਾਂ। ਅੱਜ ਦੀ ਇਸ ਮੀਟਿੰਗ ਨੂੰ ਪਿਤਾ ਪਰਮੇਸ਼ਰ ਅਸੀਂ ਪੂਰੀ ਤਰ੍ਹਾਂ ਦੇ ਨਾਲ ਬਲੈਸ ਕਰਦੇ ਹਾਂ। ਤੇਰੇ ਹੀ ਹੱਥਾਂ ਦੇ ਵਿੱਚ ਅੱਜ ਇਸ ਮੀਟਿੰਗ ਨੂੰ ਸਮਾਪਤ ਕਰਦੇ ਹਾਂ ਪਿਤਾ ਪਰਮੇਸ਼ਰ। ਉਹ ਤੇਰਾ ਹੀ ਧੰਨਵਾਦ ਪਰਮੇਸ਼ਰ। ਤੂੰ ਸਾਡੇ ਇੱਕ ਇੱਕ ਦੇ ਦਿਲ ਨੂੰ ਜਾਣਦਾ ਆ ਪਿਤਾ ਪਰਮੇਸ਼ਰ, ਇੱਕ ਇੱਕ ਦੇ ਦਿਲ ਨੂੰ ਜਾਣਦਾ ਹੈ।